6.5 ਬੈਂਡ 6.5 ਬੈਂਡ 6.5 ਬੈਂਡ ਕਈ ਵਿਦਿਆਰਥੀਆਂ ਦੇ ਵਿਚਾਰਿਆਂ ਦੇ 6.5 ਬੈਂਡ ਰਹਿ ਜਾਂਦੇ ਆ ਤੇ ਉਹ ਪੇਪਰ ਦੇ ਦੇ ਕੇ ਅੱਕ ਚੁੱਕੇ ਆ ਤੇ ਸ਼ਾਇਦ ਉਹਨਾਂ ਨੂੰ ਹੋ ਸਕਦਾ ਸ਼ਾਇਦ 7 ਬੈਂਡ ਦੀ ਲੋੜ ਹੋਵੇ ਤਾਂ ਮੈਂ ਤੁਹਾਡਾ ਆਪਣਾ ਨਰੈਣ ਸਿੰਘ ਪੰਨੂ ਸ਼ਾਇਦ ਤੁਹਾਡੀ ਹੈਲਪ ਕਰ ਸਕਾਂ ਇਸ ਮਾਮਲੇ ਵਿੱਚ। ਸੋ ਮੈਂ ਤੁਹਾਡਾ ਜੀ ਆਇਆਂ ਕਹਿਣਾ ਚਾਹੁੰਦਾ ਸਾਡੇ ਚੈਨਲ ਤੇ ਵਰਨੀ ਸਟੱਡੀ ਸਰਕਲ ਤੇ ਅੱਜ ਦਾ ਲੈਕਚਰ ਬੜਾ ਇੰਟਰਸਟਿੰਗ ਹੋਵੇਗਾ ਤੁਹਾਡੇ ਲਈ। ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਤੁਸੀਂ ਆਪਦੇ ਪਲੀਜ਼ ਕਨਸੈਪਟ ਜਿਹੜੇ ਬੇਸਿਕ ਆ ਉਹ ਕਲੀਅਰ ਕਰਿਆ ਜੇ। ਤੇ ਅੱਜ ਵਾਲਾ ਜਿਹੜਾ ਸੈਂਪਲ ਆਨਸਰ ਹੋਵੇਗਾ ਇਹ 8+ ਬੈਂਡ ਦਾ ਹੋਵੇਗਾ। ਸੋ ਤੁਸੀਂ ਚੈੱਕ ਕਰੋਗੇ ਵੀ ਤੁਹਾਨੂੰ ਇੰਟਰਨੈਟ ਤੇ ਬਹੁਤ ਹੀ ਘੱਟ ਐਵੇਂ ਦੇ ਰੇਅਰ ਚਾਂਸ ਹੋਣਗੇ ਵੀ ਐਵੇਂ ਦਾ ਕਿਤੇ ਸੈਂਪਲ ਮਿਲੇ। ਸੋ ਆਪਾਂ ਉਹਨਾਂ ਬੱਚਿਆਂ ਲਈ ਖਾਸ ਤੌਰ ਤੇ ਵੀਡੀਓ ਲੈ ਕੇ ਆਏ ਜਿਹੜੇ ਵਿਚਾਰੇ ਘਰਾਂ 'ਚ ਰਹਿੰਦੇ ਆ ਜਾਂ ਕਿਸੇ ਕਾਰਨ ਕਰਕੇ ਉਹ ਸਾਡੀ ਕਲਾਸ ਆਫਲਾਈਨ ਨਹੀਂ ਜੁਆਇਨ ਕਰ ਸਕਦੇ ਤਾਂ ਆਨਲਾਈਨ ਕਲਾਸ ਉਹਨਾਂ ਲਈ ਇਹ ਇੱਕ ਵਧੀਆ ਕਾਰੀਗਰ ਇੱਕ ਹੋਵੇਗਾ ਪਲੇਟਫਾਰਮ ਉਹਨਾਂ ਦੇ ਲਈ। ਸੋ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਸਟੇਟਮੈਂਟ ਆ, ਸਟੇਟਮੈਂਟ ਨੂੰ ਸਮਝਦੇ ਹਾਂ ਕੀ ਸਟੇਟਮੈਂਟ ਦੀ ਡਿਮਾਂਡ ਕੀ ਆ ਨੌਲੇਜ ਆਫ ਮੈਥਸ। ਸਭ ਤੋਂ ਵੱਡੀ ਗੱਲ ਆ ਮੈਥਸ ਹੁੰਦਾ ਜਾਂ ਮੈਥਾਮੈਟਿਕਸ ਹੁੰਦਾ, ਕੱਲਾ ਮੈਥ ਨਹੀਂ ਹੁੰਦਾ, ਠੀਕ ਆ। ਮੈਥ ਲਿਖੋਗੇ ਗਲਤ ਹੋ ਜਾਊਗਾ, ਐਸ ਲੱਗਣੀ ਜ਼ਰੂਰੀ ਆ, ਮੈਥਸ ਜਾਂ ਮੈਥਾਮੈਟਿਕਸ। ਓਕੇ ਸੋ ਵਿਸ਼ਾ ਵਾ ਹਿਸਾਬ ਕੀ ਇੱਕ ਵਿਸ਼ਾ ਹੈ ਨਾ ਨੌਲੇਜ ਆਫ ਮੈਥਸ। ਹਾਂਜੀ ਨੌਲੇਜ ਕੀ ਆ ਗਿਆਨ ਆ, ਗਿਆਨ ਕਿਹਦਾ ਵਾ ਹਿਸਾਬ ਦਾ ਜਿਹੜਾ ਗਿਆਨ ਆ ਇਜ਼ ਨੋਟ ਇੰਪੋਰਟੈਂਟ। ਸਟੇਟਮੈਂਟ ਕਹਿੰਦੀ ਪਈ ਆ ਵੀ ਇਹ ਜ਼ਰੂਰੀ ਨਹੀਂ ਆ, ਹਿਸਾਬ ਦਾ ਜਿਹੜਾ ਗਿਆਨ ਕੀ ਆ ਜ਼ਰੂਰੀ ਨਹੀਂ ਹੈਗਾ। ਇੱਥੋਂ ਤੱਕ ਕਿਹਦੇ ਲਈ ਫੋਰ ਮੋਸਟ ਜੌਬਸ ਨਾਓ ਡੇਜ਼, ਜ਼ਿਆਦਾਤਰ ਜਿਹੜੀਆਂ ਜੌਬ ਆ ਉਹਨਾਂ ਦੇ ਲਈ, ਬਟ ਕੁਝ ਜੌਬਸ ਦੇ ਲਈ ਜਿਹੜਾ ਹਿਸਾਬ ਆ ਉਹ ਜ਼ਰੂਰੀ ਹੋ ਸਕਦਾ ਵਾ। ਮੋਸਟ ਤੋਂ ਭਾਵ ਕੀ ਹੋਊਗਾ ਜ਼ਿਆਦਾਤਰ ਹੋਊਗਾ ਨਾ, ਇਹੀ ਹੋਊਗਾ। ਅੱਗੇ ਚੱਲਦੇ ਆ ਟੂ ਵਾਟ ਐਕਸਟੈਂਟ ਡੂ ਯੂ ਅਗਰੀ ਔਰ ਡਿਸਐਗਰੀ ਵਿਦ ਦਿਸ ਸਟੇਟਮੈਂਟ। ਹੁਣ ਅੱਗੇ ਡਿਮਾਂਡ ਕੀ ਹੈ ਜੀ, ਇਹ ਤਾਂ ਆਪਣੀ ਹੋ ਗਈ ਸਟੇਟਮੈਂਟ। ਕੁਐਸਚਨ ਕੀ ਆ ਟੂ ਵਾਟ ਐਕਸਟੈਂਟ। ਹੁਣ ਬੈਂਡ ਹੁੰਦੇ ਆ 9 ਬੈਂਡ ਹੁੰਦੇ ਆ ਨੋ ਡਾਊਟ। ਓਕੇ ਬੈਂਡ ਹੋਣਗੇ ਕਿਹਦੇ ਆ ਜੀ, ਐਕਸਟੈਂਡ ਨੂੰ ਆਪਾਂ ਆਨਸਰ ਕਰਾਂਗੇ, ਐਕਸਟੈਂਡ ਨੂੰ ਇਹਦੇ ਬੈਂਡ ਹੋਣਗੇ। ਧਿਆਨ ਦੇ ਵਿੱਚ ਰੱਖਣਾ ਡਿਟਰਮੀਨਰ, ਡਿਟਰਮੀਨਰ ਲਿਖਿਆ ਹੋਇਆ ਕਿ ਨਹੀਂ, ਹਾਂਜੀ ਲਿਖਿਆ ਹੋਇਆ। ਮੋਸਟ ਜੌਬਸ, ਮੋਸਟ ਧਿਆਨ ਦੇ ਵਿੱਚ ਰੱਖਣਾ ਵੀ ਇਹ ਚੀਜ਼ ਨੂੰ ਆਪਾਂ ਕਿਤੇ ਨਾ ਕਿਤੇ ਆਨਸਰ ਕਰਾਂਗੇ ਵੀ ਜ਼ਿਆਦਾਤਰ ਜਿਹੜੇ ਜੌਬ ਆ ਉਹਨਾਂ ਦੇ ਵਿੱਚ ਕੀ ਆ ਮੈਥਾਮੈਟਿਕਸ ਦੀ ਇੰਪੋਰਟੈਂਸ ਹੈ। ਓਕੇ ਸੋ ਚੱਲਦੇ ਆ ਜੀ। ਨੌਲੇਜ ਆਫ ਮੈਥਸ ਇਜ਼ not important for most jobs nowadays। okay simple easy to understand। ਮੇਰੇ ਹਿਸਾਬ ਨਾਲ 8ਵੀਂ ਕਲਾਸ ਦਾ ਬੱਚਾ ਵੀ ਇਹ ਜਿਹੜਾ ਟੌਪਿਕ ਆ ਸਮਝ ਲਊਗਾ ਹਨਾ। ਸੋ ਆਪਾਂ ਤਾਂ ਬਹੁਤ ਹੁਸ਼ਿਆਰ ਆ, ਠੀਕ ਹੈ। ਚੱਲਦੇ ਆ ਮੈਥਾਮੈਟਿਕਸ, ਵਰਡ ਹੈਗਾ ਮੈਥਾਮੈਟਿਕਸ। ਓਕੇ ਹੁਣ ਮੈਥਸ ਇਜ਼ ਇਕੁਅਲ ਟੂ ਮੈਥਾਮੈਟਿਕਸ। ਮੈਥ ਨੂੰ ਹੋਰ ਆਪਾਂ ਕੀ ਕਹਿ ਸਕਦੇ ਆ, ਮੈਥਾਮੈਟਿਕਸ ਕਹਿ ਸਕਦੇ ਆ। ਇਜ਼ an incredibly useful subject। ਹਾਂਜੀ important language highlight ਕਰਨ ਲੱਗਾ। okay an incredibly useful subject। ਹੁਣ 1 2 3 4 ਚਾਰ ਸ਼ਬਦ ਲਿਖੇ ਹੋਏ ਆ। okay set of word that go together is called collocation। 7 8 9 ਦੀ ਜੇਕਰ ਗੱਲ ਕਰੀਏ ਸਪੈਸ਼ਲੀ ਟਾਸਕ 2 ਦੇ ਵਿੱਚ, ਮੈਂ ਨਹੀਂ ਕਹਿੰਦਾ IDP ਬ੍ਰਿਟਿਸ਼ ਕਾਉਂਸਲ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਇਆ ਜੇ, ਉੱਥੇ ਇੱਕ ਬੈਂਡ ਡਿਸਕ੍ਰਿਪਟਰ ਹੁੰਦਾ, ਤੁਸੀਂ ਉਹਨਾਂ ਨੂੰ ਪੜ੍ਹ ਲਿਆ ਜੇ। ਸ਼ੋ ਸਮ ਅਵੇਅਰਨੈਸ ਔਰ ਸਟਾਈਲ ਆਫ ਕੋਲੋਕੇਸ਼ਨ, ਵੀ ਬੱਚੇ ਨੂੰ ਕੁਛ ਮਾੜੀਆਂ ਮੋਟੀਆਂ ਕੋਲੋਕੇਸ਼ਨ ਆਉਂਦੀਆਂ 7 ਬੈਂਡ ਦੇ ਵਿੱਚ ਵੀ ਯੂਜ਼ ਹੁੰਦੀਆਂ, ਕੱਲੇ ਨਹੀਂ ਸਿਨੋਨਿਮਸ ਹੀ ਚੱਲਣਗੇ ਤੇ ਕੋਲੋਕੇਸ਼ਨਸ ਵੀ ਚੱਲਣਗੀਆਂ। ਓਕੇ ਐਨ ਇਨਕ੍ਰੈਡੀਬਲੀ ਯੂਜ਼ਫੁਲ ਸਬਜੈਕਟ, ਇਹ ਕੀ ਹੋਊਗੀ ਕੋਲੋਕੇਸ਼ਨ ਹੋਊਗੀ ਆਪਣੀ। ਓਕੇ which is learned by almost everyone। ਹਾਂਜੀ ਮੈਥਾਮੈਟਿਕ ਹੈ ਜਿਹੜਾ ਬਹੁਤ ਹੀ ਯੂਜ਼ਫੁਲ ਸਬਜੈਕਟ ਆ, ਤੇ ਜਿਹੜਾ ਕਿ ਵਿੱਚ ਦਾ ਮਤਲਬ ਕੀ ਹੋਊਗਾ ਜਿਹੜਾ ਕਿ is learned by almost everyone। ਹਾਂਜੀ ਪਹਿਲੀ ਕਲਾਸ ਦੇ ਵਿੱਚੋਂ ਹੀ ਆਪਾਂ ਕੀ ਹਿਸਾਬ ਕਿਤਾਬ ਸਿੱਖਣਾ ਸਟਾਰਟ ਕਰ ਦਿੰਦੇ, ਇਹਨੂੰ ਕੀ ਕਹਿੰਦੇ ਆ ਅਰਿਥਮੈਟਿਕ ਕਹਿੰਦੇ ਆਬਵੀਅਸਲੀ। ਹਾਂਜੀ ਸੋ ਆਪਾਂ ਲਿਖਿਆ ਹੋਇਆ on the planet। on the planet ਕੀ ਹੋਊਗਾ on the earth, ਠੀਕ ਹੈ ਜੀ। ਸੋ ਪਲੀਜ਼ ਇਹਨੂੰ ਹਾਈਲਾਈਟ ਕਰਦੇ ਆ on the planet। ਓਕੇ to some degree ਇਕੱਠਾ ਵਰਡ ਹੈ ਜੀ on the planet to some degree, ਕੁਝ ਹੱਦ ਤੱਕ ਜਿਹੜਾ ਯੂਜ਼ਫੁਲ ਹੈਗਾ ਵਾ। ਹਾਂਜੀ ਓਕੇ ਤੇ ਸਿੱਖਿਆ ਜਾਂਦਾ ਆਲਮੋਸਟ ਸਾਰਿਆਂ ਦੇ ਦੁਆਰਾ, ਬਟ ਇਹ ਧਰਤੀ ਦੇ ਉੱਤੇ ਇਹਦਾ ਕੀ ਆ ਕੁਝ ਹੱਦ ਤੱਕ ਜਿਹੜਾ ਯੂਜ਼ ਆ ਵਰਤੋਂ ਆ ਹੈਗੀ ਆ ਕਿਤੇ ਨਾ ਕਿਤੇ। ਇਹ ਚੀਜ਼ ਆਪਾਂ ਇੱਥੋਂ ਤੱਕ ਸਿੱਖੀ ਆ। ਹੁਣ ਕੀ ਆ ਬਿੰਦੀ ਲੱਗੀ ਹੋਈ ਆ। ਓਕੇ ਗੱਲ ਖਤਮ ਹੋ ਗਈ। ਅੱਗੇ ਚੱਲਦੇ ਆ। ਇਜ਼ ਮੈਥ ਕੀ ਹਿਸਾਬ
ਹੁਣ ਇਸ ਤੋਂ ਭਾਵ ਕੀ ਹੋਊਗਾ ਪੰਜਾਬੀ ਦੇ ਵਿੱਚ ਕੀ ਹੋਊਗਾ ਆਬਵੀਅਸਲੀ ਹੁਣ ਇੰਟਰੋਗੇਟਿਵ ਫਾਰਮ। ਹੁਣ ਗ੍ਰਾਮਰ ਦੀ ਜੇਕਰ ਗੱਲ ਕਰੀਏ 9 ਬੈਂਡ ਰਹਿਣੇ ਆ ਤਾਂ ਵਾਈਡ ਰੇਂਜ ਆਫ ਸੈਂਟੈਂਸ ਬਣਾਉਣੇ ਪੈਣਗੇ। ਵਾਈਡ ਰੇਂਜ ਦੇ ਵਿੱਚ ਕੀ ਆਉਂਦੇ ਆ ਕੰਪਲੈਕਸ, ਕੰਪਾਊਂਡ, ਇੰਟਰੋਗੇਟਿਵ, ਐਕਟਿਵ, ਪੈਸਿਵ, ਅਫਰਮੇਟਿਵ, ਠੀਕ ਹੈ ਜੀ, ਇਹ ਸਾਰੇ ਆਉਣਗੇ। ਪੈਸਿਵ ਸਾਰੇ ਕੰਡੀਸ਼ਨਲ ਵਗੈਰਾ ਇਹ ਆਉਣਗੇ, ਧਿਆਨ ਦੇ ਵਿੱਚ ਰੱਖਣਾ ਆਪਾਂ। ਇਜ਼ ਮੈਥ, ਹੁਣ ਕੁਐਸਚਨ ਵੀ ਆਪਾਂ ਪੁੱਛ ਸਕਦੇ ਕੀ ਹਿਸਾਬ is maths however a useful tool। maths however ਕੌਮਾ ਲਾਉਣਾ however ਇਹਦੇ ਨਾਲ ਕੀ ਆ ਆਪਾਂ ਥੋੜੀ ਜਿਹੀ ਆਪਦੀ ਰੇਂਜ ਨੂੰ ਵਧਾ ਸਕਦੇ। however ਇੱਕ ਐਕੈਡੈਮਿਕ ਐਕਸਪ੍ਰੈਸ਼ਨ ਆ, ਠੀਕ ਹੈ ਜੀ, ਇਹ ਐਕੈਡੈਮਿਕ ਤਾਂ ਹੈਗਾ ਹੀ ਹੈਗਾ, ਇਹਦੇ ਨਾਲ ਕੀ ਫਾਰਮਲ ਵੀ ਆ। ਜੇ ਇਹਦੀ ਜਗ੍ਹਾ ਆਪਾਂ ਵਟ ਲਿਖਦੇ ਹਾਂ ਉਹ ਥੋੜਾ ਜਿਹਾ ਇਨਫਾਰਮਲ ਹੋ ਜਾਂਦਾ। ਸੋ ਫਾਰਮਲ ਤੇ ਇਨਫਾਰਮਲ ਦਾ ਚੱਕਰ ਹੁੰਦਾ ਰਾਈਟਿੰਗ ਦੇ ਵਿੱਚ। ਬਟ ਦੀ ਜਗ੍ਹਾ ਕੀ ਲਿਖਣਾ ਚਾਹੀਦਾ ਵਰਡ ਯੂਜ਼ ਕੀਤਾ however। ਇਹ ਨਹੀਂਗਾ ਵੀ ਬਟ ਗਲਤ ਹੋਊਗਾ ਜਾਂ ਐਵੇਂ ਦਾ ਕੁਝ ਨਹੀਂ ਹੋਊਗਾ। however useful tool is maths useful tool for most jobs। ਹਾਂਜੀ ਯੂਜ਼ਫੁਲ ਟੂਲ ਕੀ ਹੋਊਗਾ ਜੀ ਕੋਲੋਕੇਸ਼ਨ ਹੋ ਜਾਊਗੀ। ਦੋ ਵਰਡ ਇਕੱਠੇ ਲਿਖੇ ਆ ਇਹਨਾਂ ਨੂੰ ਕੀ ਕਹਿੰਦੇ ਕੋਲੋਕੇਸ਼ਨ ਕਹਿੰਦੇ। ਅੱਗੇ ਚੱਲਦੇ ਆ ਫੋਰ ਮੋਸਟ ਜੌਬਸ, ਜ਼ਿਆਦਾਤਰ ਜੌਬ ਦੇ ਲਈ ਜਿਹੜਾ ਮੈਥ ਕੀ ਆ ਜ਼ਰੂਰੀ ਹੈਗਾ ਕਿ ਨਹੀਂ ਹੈਗਾ, ਇਹ ਚੀਜ਼ ਆਪਾਂ ਦੱਸਣੀ ਆ। ਅੱਗੇ ਚੱਲਦੇ ਆ ਜੀ ਸਪੈਸ਼ਲੀ ਦਾ ਮਤਲਬ ਕੀ ਆ। ਹਾਂਜੀ ਆਪਾਂ ਇੰਫਾਸਿਸ ਦਿੰਨੇ ਪਏ ਆ, ਜ਼ੋਰ ਦਿੰਨੇ ਪਏ ਆ, ਕਿਹਦੇ ਉੱਤੇ ਜ਼ੋਰ ਦਿੰਨੇ ਪਏ ਆ ਖਾਸ ਤੌਰ ਤੇ, ਖਾਸ ਕਰਕੇ। ਇਹਦੇ ਨਾਲ ਆਪਣੀ ਜਿਹੜੀ ਗ੍ਰਾਮਰ ਤਾਂ ਇੰਪਰੂਵ ਹੁੰਦੀ ਆ, ਕੋਹਰੈਂਸ ਵੀ ਇੰਪਰੂਵ ਹੋਊਗੀ, 100% ਹੋਊਗੀ ਵਿਦ ਦਾ ਐਡਵੈਂਟ ਆਫ ਮਾਡਰਨ ਟੈਕਨੋਲੋਜੀ। ਹੁਣ ਕੁਐਸਚਨ ਮਾਰਕ ਪਾਇਆ ਹੋਇਆ ਕੀ ਹਿਸਾਬ ਇੱਕ ਟੂਲ ਆ। ਟੂਲ ਕਿਹੜਾ ਵਾ ਜੀ ਆਪਾਂ ਲਿਖਿਆ ਹੈ ਯੂਜ਼ਫੁਲ ਟੂਲ, ਕਿਹਦੇ ਲਈ ਜ਼ਿਆਦਾਤਰ ਜੌਬ ਦੇ ਲਈ, ਸਪੈਸ਼ਲੀ ਖਾਸ ਤੌਰ ਤੇ ਵਿਦ ਦਾ ਐਡਵੈਂਟ ਆਫ ਮਾਡਰਨ ਟੈਕਨੋਲੋਜੀ। ਮਾਡਰਨ ਟੈਕਨੋਲੋਜੀ ਦੀ ਸਹਾਇਤਾ ਦੇ ਨਾਲ, ਹਨਾ ਇਹ ਚੀਜ਼। ਹੁਣ ਕੁਐਸਚਨ ਮਾਰਕ ਵੀ ਤੁਸੀਂ ਲਿਖ ਸਕਦੇ ਆ, ਕੀਵਰਡ ਆ ਕੀ ਯੂਜ਼ਫੁਲ ਹੈ ਜਾਂ ਨਹੀਂ, ਇਹ ਆਪਾਂ ਦੱਸਾਂਗੇ, ਕਲੈਰੀਫਾਈ ਕਰਾਂਗੇ। ਇਨ ਮਾਈ ਵਿਊ ਉਹਨਾਂ ਨੇ ਪੁੱਛਿਆ ਸੀ ਟੂ ਵਾਟ ਐਕਸਟੈਂਟ ਡੂ ਯੂ ਵਰਡ ਯੂਜ਼ ਕੀਤਾ ਹੋਇਆ ਸਟੇਟਮੈਂਟ ਦੇ ਵਿੱਚ, ਯੂ ਲਿਖਿਆ ਹੋਇਆ ਨਾ। ਸੋ ਯੂ ਨੂੰ ਆਪਾਂ ਆਨਸਰ ਕਰਨ ਦੇ ਲਈ ਇੱਕ ਯੂਜ਼ ਕਰਾਂਗੇ, ਕੀ ਕਰਾਂਗੇ ਐਕੈਡੈਮਿਕ ਐਕਸਪ੍ਰੈਸ਼ਨ। ਨੌਨ ਐਕੈਡੈਮਿਕ ਜਾਂ ਸੋਫਿਸਟੀਕੇਟਡ ਵਰਡ ਐਵੇਂ ਦਾ ਕੁਝ ਨਹੀਂ ਲਿਖਣਾ ਜਿਹਦੇ ਨਾਲ ਅਗਲੇ ਨੂੰ ਸਮਝ ਨਾ ਆਵੇ। ਮਤਲਬ ਭਾਸ਼ਾ ਸਰਲ ਤੇ ਸਪਸ਼ਟ ਤੇ ਬੜੇ ਹੀ ਸੁਹਿਰਦ ਤਰੀਕੇ ਦੇ ਨਾਲ ਲਿਖੀ ਹੋਣੀ ਚਾਹੀਦੀ ਹੈ ਤਾਂ ਜੋ ਆਪਾਂ ਆਪਣੇ ਵਿਚਾਰ ਪ੍ਰਗਟ ਕਰ ਸਕੀਏ, ਹਨਾ ਦੂਜੇ ਤੱਕ। ਦੂਜੇ ਤੋਂ ਭਾਵ ਕੀ ਆ ਐਗਜ਼ਾਮੀਨਰ। ਤੁਸੀਂ ਆਪਦੇ ਵਿਚਾਰ ਪ੍ਰਗਟ ਕਰਦੇ ਪਏ ਜਾਂਦੇ ਕਿਹਦੇ ਤੱਕ ਪਏ ਆ ਐਗਜ਼ਾਮੀਨਰ ਤੱਕ। ਜਿੰਨੇ ਜ਼ਿਆਦਾ ਕਲੀਅਰ ਹੋਣਗੇ ਉਨੇ ਤੁਹਾਡੇ ਬੈਂਡ ਜ਼ਿਆਦਾ ਆਉਣਗੇ। ਸੋ ਟਰਾਈ ਟੂ ਅੰਡਰਸਟੈਂਡ ਦਿਸ। ਇਨ ਮਾਈ ਓਪੀਨੀਅਨ ਆਈ ਵੁੱਡ ਟੈਂਡ ਟੂ ਐਗਰੀ, ਮੈਂ ਆਮ ਤੌਰ ਤੇ ਐਗਰੀ ਆ। I would tend to agree that, ਹਾਂਜੀ I would tend to agree ਕਿਹਦੇ ਨਾਲ ਆ it is no longer a vital part of most of jobs। it is no longer a vital part of most jobs। ਹਾਂਜੀ ਜ਼ਿਆਦਾਤਰ ਜੌਬ ਦੇ ਲਈ ਕੀ ਹੈ ਜਿਹੜਾ ਹਿਸਾਬ ਕਿਤਾਬ ਆ ਉਹ ਯੂਜ਼ਫੁਲ ਨਹੀਂ ਹੈਗਾ ਓਕੇ। ਉਸ ਤੋਂ ਬਾਅਦ ਕੌਮਾ ਪਾਇਆ ਹੋਇਆ ਜੀ ਅਲਦੋ ਤੋਂ ਭਾਵ ਕੀ ਆ, ਅਲਦੋ ਤੋਂ ਅਗਲੀ ਲਾਈਨ ਜਿਹੜੀ ਹੁੰਦੀ ਆ ਇਹ ਆਪਣਾ ਓਪੀਨੀਅਨ ਹੁੰਦਾ ਬੇਸਿਕਲੀ, ਤੇ ਅਲਦੋ ਨੂੰ ਮੈਂ ਵਿੱਚ ਲਿਖਿਆ ਹੋਇਆ ਵਾ। ਇਟ ਕਲੀਅਰਲੀ ਰਿਮੇਨਸ ਓਕੇ ਕ੍ਰਿਟੀਕਲ ਫॉर ਸਮ ਇੰਡਸਟਰੀਜ਼। ਕਿਤੇ ਨਾ ਕਿਸੇ ਕੁਝ ਜੌਬਸ ਦੀ ਜੇਕਰ ਗੱਲ ਕਰੀਏ ਜਿਹੜਾ ਮੈਥ ਆ ਉਹ ਇੰਪੋਰਟੈਂਟ ਹੈਗਾ ਵਾ, ਠੀਕ ਹੈ ਜੀ। ਤੇ ਆਪਾਂ ਕਿਹਦੇ ਨਾਲ ਐਗਰੀ ਹੋਏ ਆ ਆਪਾਂ, ਹਾਂਜੀ ਇੱਕ ਪੋਜੀਸ਼ਨ ਲਈ ਕਲੀਅਰ, ਨਾ ਆਪਾਂ ਐਗਰੀ ਨਾ ਡਿਸਐਗਰੀ, ਕੋਈ ਚੱਕਰ ਵਾਲੀ ਗੱਲ ਨਹੀਂ, ਇਹ ਸਾਰੇ ਕਹਿੰਦੀਆਂ ਹੀ ਗੱਲਾਂ ਵਾ। ਇੱਕ ਪੋਜੀਸ਼ਨ ਕਲੀਅਰ ਲੈਣੀ ਹੁੰਦੀ ਆ। ਆਪਾਂ ਲਿਖਿਆ ਆਈ ਵੁੱਡ ਟੈਂਡ ਟੂ ਐਗਰੀ ਦੈਟ ਇਟ ਇਜ਼ ਨੋ ਲੋਂਗਰ ਅ ਵਾਈਟਲ ਪਾਰਟ ਆਫ ਮੋਸਟ ਆਫ ਦ ਜੌਬਸ। ਜ਼ਿਆਦਾਤਰ ਜੌਬ ਦੇ ਵਿੱਚ ਮੈਥ ਦੀ ਲੋੜ ਨਹੀਂ ਹੁੰਦੀ ਓਕੇ। ਆਇਲਸ ਕਰਦੇ ਪਏ ਮੈਥ ਦੀ ਲੋੜ ਹੈਗੀ ਆ ਤੁਹਾਨੂੰ ਹੁਣ, ਯੈਸ ਔਰ ਨੋ? ਓਕੇ ਠੀਕ ਹੈ ਜੀ। although it is clearly remains critical for some industries। ਜੇਕਰ ਤੁਸੀਂ ਜਾਣੇ ਬੈਂਕਿੰਗ ਲਾਈਨ ਦੇ ਵਿੱਚ ਉੱਥੇ ਮੈਥ ਚਾਹੀਦਾ, ਯੈਸ ਔਰ ਨੋ? ਯੈਸ ਸਰ। ਹਾਂ ਆ ਚੀਜ਼ ਇੰਪੋਰਟੈਂਟ ਆ। ਸੋ ਆਪਾਂ ਇਹ ਦੱਸਣਾ ਵੀ ਹੈਗਾ ਵਾ ਤੇ ਨਹੀਂ ਵੀ ਹੈਗਾ, ਹਨਾ। ਸੋ ਆਪਾਂ ਇੱਕ ਕਲੀਅਰ ਪੋਜੀਸ਼ਨ ਲੈ ਲਈ ਆ, ਹੈਗਾ although it is clearly remains critical for some industries। ਕ੍ਰਿਟੀਕਲ ਫੋਰ ਸਮ ਇੰਡਸਟਰੀਜ਼, ਇਹ ਭਾਸ਼ਾ ਵੇਖ ਲਓ ਮੈਂ ਹਾਈਲਾਈਟ ਕਰੀ ਜਾਂਦਾ ਜਿਹੜੀ ਇੰਪੋਰਟੈਂਟ ਹੈਗੀ ਆ। ਇੰਪੋਰਟੈਂਟ ਹੈਗਾ ਕੁਝ ਕਿੱਤਿਆਂ ਦੇ ਲਈ ਤੇ ਉਹਨਾਂ ਨੂੰ ਆਪਾਂ ਹੁਣ ਦੱਸਾਂਗੇ ਜੀ। ਤੇ ਹੁਣ ਆਪਾਂ ਚੱਲਦੇ ਆਂ ਅੱਗੇ, ਪ੍ਰੋਸੀਡ ਕਰਦੇ ਆਂ। ਤੇ ਮੈਂ ਤੁਹਾਡੇ ਸਾਹਮਣੇ ਜੀ ਇੱਕ ਬੀਪੀ ਲਿਖਿਆ ਹੋਇਆ ਤਾਂ ਇਹਨੂੰ ਸਮਝਦੇ ਆਂ। ਬੀਪੀ ਦੀ ਆਰਗੇਨਾਈਜੇਸ਼ਨ
ठीक है जी। एक आइडिया ਨੂੰ ਡਿਵੈਲਪ ਕਿਵੇਂ ਕਰਨਾ, ਉਹਦੇ ਵਿੱਚ ਵੋਕੈਬਲਰੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਕਿਸ ਤਰ੍ਹਾਂ ਦੀ ਸੈਂਟੈਂਸ ਫਾਰਮੇਸ਼ਨ ਹੋਣੀ ਚਾਹੀਦੀ ਆ, ਕਿਸ ਤਰ੍ਹਾਂ ਦੀ ਰੈਫਰੈਂਸਿੰਗ ਹੋਣੀ ਚਾਹੀਦੀ ਆ, ਕਿਸ ਤਰ੍ਹਾਂ ਦੇ ਰੈਫਰੈਂਟ ਯੂਜ਼ ਕਰਨੇ ਆ, ਮੈਕਰੋ ਲੈਵਲ ਮਾਈਕਰੋ ਲੈਵਲ ਦਾ ਕੋਹੀਜ਼ਨ ਕਿਵੇਂ ਮੇਨਟੇਨ ਕਰਨਾ, ਠੀਕ ਹੈ ਜੀ, ਤੇ ਕੋਹਰੈਂਸ ਕਿਵੇਂ ਮੇਨਟੇਨ ਕਰਨਾ। ਸੋ ਇਹ ਚੀਜ਼ਾਂ ਬਹੁਤ ਹੀ ਜ਼ਰੂਰੀ ਹੈਗੀਆਂ। ਤੇ ਟਾਸਕ ਅਚੀਵਮੈਂਟ ਨੂੰ ਆਪਾਂ ਕਿਵੇਂ ਪ੍ਰੋਪਰ ਤਰੀਕੇ ਦੇ ਨਾਲ 9 ਚੋਂ 9 ਬੈਂਡ ਲੈ ਸਕਦੇ ਹਾਂ ਟਾਸਕ ਅਚੀਵਮੈਂਟ ਦੇ ਵਿੱਚੋਂ। ਤੁਹਾਡੇ ਸਾਹਮਣੇ ਹੈ ਜੀ। ਸਭ ਤੋਂ ਵੱਡੀ ਗੱਲ ਆ, ਪਹਿਲੀ ਜਿਹੜੀ ਨਿਗਾਹ ਐਗਜ਼ਾਮੀਨਰ ਨੇ ਮਾਰਨੀ ਆ ਵੀ ਉਹ ਤੁਹਾਡੀ ਹੋਣੀ ਚਾਹੀਦੀ ਆ ਟੌਪਿਕ ਸੈਂਟੈਂਸ ਤੇ। ਟੌਪਿਕ ਸੈਂਟੈਂਸ ਦੇ 9 ਬੈਂਡ ਹੋਣਗੇ ਜੀ। 9 ਬੈਂਡ ਟੌਪਿਕ ਸੈਂਟੈਂਸ ਦੇ, ਇੱਕ ਤਾਂ ਟਾਸਕ ਅਚੀਵਮੈਂਟ ਦੇ ਵਿੱਚ ਹੋਣਗੇ, ਇੱਕ ਇਹਦੇ ਨਾਲ ਕੀ ਤੁਹਾਡਾ ਕੋਹਰੈਂਸ ਵੀ ਇੰਪਰੂਵ ਹੋਊਗਾ। ਜੇ ਤੁਹਾਡਾ ਟੌਪਿਕ ਸੈਂਟੈਂਸ ਕਲੀਅਰ ਹੈ, ਇਟ ਮੀਨਸ ਤੁਹਾਡੀ ਰਾਈਟਿੰਗ ਦੇ ਵਿੱਚ ਕਲੈਰਿਟੀ ਪਾਰਦਰਸ਼ਤਾ ਹੈ, ਤਾਂ ਉਨੇ ਹੀ ਤੁਹਾਡੇ ਬੈਂਡ ਜ਼ਿਆਦਾ ਆਉਣਗੇ। ਸੋ ਆਪਣਾ ਟੌਪਿਕ ਸੈਂਟੈਂਸ ਕੀ ਸਿੰਪਲ ਹੋਣਾ ਚਾਹੀਦਾ, ਐਕਟਿਵ ਯੂਜ਼ ਕਰੋ ਤਾਂ ਜ਼ਿਆਦਾ ਵਧੀਆ, ਪੈਸਿਵ ਜਾਂ ਕੰਪਲੈਕਸ ਕੰਪਾਊਂਡ ਨਹੀਂ ਹੋਣਾ ਚਾਹੀਦਾ, ਸਿੰਪਲ। ਚੱਲਦੇ ਹਾਂ ਜੀ। There is now a growing number of professionals or professions where maths is no longer important on a day-to-day basis at work। ਹੁਣ ਇੱਥੇ ਜਾ ਕੇ ਕੀ ਬਿੰਦੀ ਲਾਈ ਹੋਈ ਆ। ਪਹਿਲਾ ਕੀ ਆ, ਇੱਕ ਲਾਈਨ ਲਿਖੀ ਆ, ਸਿੰਪਲ ਲਿਖੀ ਆ, ਇਹ ਲਾਈਨ ਨੂੰ ਆਪਾਂ ਐਕਸਪਲੇਨ ਕਰਨਾ। ਇਹ ਪਹਿਲੀ ਲਾਈਨ ਮੈਮੋਰਾਈਜ਼ਡ ਨਹੀਂ ਹੋਣੀ ਚਾਹੀਦੀ, ਕੋਈ ਟੈਂਪਲੇਟ ਨਹੀਂ ਯੂਜ਼ ਕਰਨੀ, ਸਮਥਿੰਗ ਲਾਈਕ ਦੈਟ। ਤੇ ਕਨੈਕਟਰ ਯੂਜ਼ ਕਰਨੇ ਆ ਕਰੋ, ਬਟ ਕਨੈਕਟਰ ਦਾ ਓਵਰ ਯੂਜ਼ ਨਾ ਕਰੋ। ਇਹਨੇ ਤੁਹਾਡੇ ਬੈਂਡ ਇੰਪਰੂਵ ਨਹੀਂ ਕਰਨੇ, ਡਿਕਰੀਜ਼ ਕਰਨੇ ਆ। ਸੋ ਚੱਲਦੇ ਆ। ਦੇਰ ਇਜ਼ ਨਾਓ ਅ ਗਰੋਇੰਗ ਨੰਬਰ ਆਫ ਪ੍ਰੋਫੈਸ਼ਨਸ, ਆ ਗਰੋਇੰਗ ਨੰਬਰ ਆਫ ਪ੍ਰੋਫੈਸ਼ਨਸ, ਠੀਕ ਹੈ ਜੀ। ਇਹ ਇੰਪੋਰਟੈਂਟ ਲੈਂਗੁਏਜ ਆ ਜਿਹਨੇ ਤੁਹਾਡੀ ਵੋਕੈਬਲਰੀ ਚੋਂ 9 ਬੈਂਡ ਲੈ ਕੇ ਆਉਣੇ ਆ। ਆ ਗਰੋਇੰਗ ਨੰਬਰ ਆਫ ਪ੍ਰੋਫੈਸ਼ਨਸ, ਪ੍ਰੋਫੈਸ਼ਨ ਕੀ ਹੋਊਗਾ, ਟੀਚਿੰਗ ਇੱਕ ਕੀ ਆ, ਪ੍ਰੋਫੈਸ਼ਨ ਆ। ਓਕੇ, ਮੈਡੀਸਨ ਰਿਲੇਟਡ ਜੌਬ ਹੈਗੀਆਂ ਜੀ, ਬੈਂਕਿੰਗ ਰਿਲੇਟਡ ਜੌਬ ਆ, ਇਹ ਕੀ ਆ, ਪ੍ਰੋਫੈਸ਼ਨ ਹੈਗੇ। ਓਕੇ ਵਧੀਆ। ਹੁਣ ਇਹਦੇ ਵਿੱਚ ਮੈਥ ਚਾਹੀਦਾ, ਹਾਂਜੀ। ਟੀਚਿੰਗ ਦੇ ਵਿੱਚ ਤਾਂ ਮੈਥ ਚਾਹੀਦਾ ਨਾ ਓਬਵੀਅਸਲੀ। ਬੈਂਕਿੰਗ ਦੇ ਵਿੱਚ ਮੈਥ ਚਾਹੀਦਾ, ਹਾਂਜੀ ਚਾਹੀਦਾ ਜੀ। ਓਕੇ, ਸੋ ਪ੍ਰੋਫੈਸ਼ਨ ਤੋਂ ਭਾਵ ਹੀ ਵਾਈਟ ਕਾਲਰ ਜੌਬ ਜਿਹੜੇ ਲੋਕ ਕਰਦੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਗਿਣਤੀ ਦੀ ਲੋੜ ਪਊਗੀ। ਅਰਿਥਮੈਟਿਕ ਤਾਂ ਆਉਣੀ ਚਾਹੀਦੀ ਹੈ ਨਾ ਸਾਰਿਆਂ ਨੂੰ, ਹਾਂਜੀ ਯੈਸ ਔਰ ਨੋ, ਓਕੇ। ਅਰਿਥਮੈਟਿਕ ਆਉਣੀ ਚਾਹੀਦੀ ਆਪਾਂ ਨੂੰ। ਵੇਅਰ ਮੈਥਸ ਇਜ਼ ਨੋ ਲੋਂਗਰ ਇੰਪੋਰਟੈਂਟ, ਉਹ ਕੀ ਕਹਿੰਦੇ ਆ, ਨਾਓ। ਨਾਓ ਤੋਂ ਭਾਵ ਕੀ ਆ, ਥੀਸ ਡੇਜ਼, ਅੱਜ ਦੀ ਗੱਲ ਕਰਦੇ ਪਏ ਆ। ਅੱਜ ਕੱਲ ਹੁਣ ਤੁਸੀਂ ਸਾਰੇ ਸਟੂਡੈਂਟ ਆ, ਜਿਹੜਾ ਤੁਸੀਂ ਮੈਥ ਪੜ੍ਹਿਆ ਹੋਇਆ ਕਿੰਨਾ ਕੁ ਤੁਸੀਂ ਉਹ ਯੂਜ਼ ਕਰਦੇ ਆ ਡੇਲੀ ਬੇਸਿਸ ਦੇ ਵਿੱਚ, ਸੱਚ ਦੱਸਿਓ ਇਮਾਨਦਾਰੀ ਨਾਲ। ਬਹੁਤ ਘੱਟ ਕਰਦੇ ਆ ਨਾ, ਯੈਸ ਔਰ ਨੋ, ਓਕੇ ਠੀਕ ਹੈ ਜੀ। ਹੁਣ ਕੀ ਕਹਿੰਦੇ, ਵੇਅਰ ਮੈਥਸ ਇਜ਼ ਨੋ ਲੋਂਗਰ ਇੰਪੋਰਟੈਂਟ, ਵਰਡ ਵੇਖੋ, ਨੋ ਲੋਂਗਰ ਇੰਪੋਰਟੈਂਟ। ਅੱਜ ਕੱਲ ਡੇ ਟੂ ਡੇ ਬੇਸਿਸ ਦੇ ਵਿੱਚ ਜਿਹੜਾ ਮੈਥ ਆ, ਇਹਦੀ ਕੀ ਆ, ਰਿਕੁਆਇਰਮੈਂਟ ਨਹੀਂ ਹੈਗੀ। ਓਕੇ, ਨੋ ਲੋਂਗਰ ਇੰਪੋਰਟੈਂਟ ਤੋਂ ਭਾਵ ਕੀ ਆ, ਮਹੱਤਤਾ ਕੀ ਆ, ਘਟਦੀ ਕਿ ਵੱਧਦੀ ਆ, ਓਕੇ। ਔਨ ਡੇ ਟੂ ਡੇ ਬੇਸਿਸ ਐਟ ਵਰਕ। ਹੁਣ ਮੰਨ ਲਓ ਮੈਂ ਤੁਹਾਨੂੰ ਪੜਾਉਣਾ ਪਿਆ, ਮੈਂ ਵੀ ਇੱਕ ਵਰਕ ਤੇ ਆ, ਮੈਨੂੰ ਮੈਥ ਕਿੰਨਾ ਕੁ ਯੂਜ਼ ਕਰਨਾ ਪੈਂਦਾ, ਬਹੁਤ ਘੱਟ, ਰੇਅਰ ਚਾਂਸ ਹੋਣਗੇ। ਸੋ ਵੇਖੋ ਹੁਣ ਵੇਅਰ ਦੇ ਨਾਲ ਕਿਹੜਾ ਸੈਂਟੈਂਸ ਬਣਦਾ ਵਾ, ਕੰਪਲੈਕਸ, ਕੰਪਾਊਂਡ ਜਾਂ ਸਿੰਪਲ, ਕਿਸੇ ਨੂੰ ਪਤਾ, ਕਲਾਸ ਚੋਂ ਕੋਈ ਦੱਸਣਾ ਚਾਹਵੇ ਤਾਂ। ਵੇਅਰ ਨਾਲ ਕਿਹੜਾ ਸੈਂਟੈਂਸ ਬਣਦਾ, ਉੱਚੀ ਬੋਲੋ, ਕੰਪਲੈਕਸ ਸੈਂਟੈਂਸ ਬਣਦਾ। ਤੇ ਆਪਾਂ ਬਿੰਦੀ ਲਾਈ ਇੱਥੇ ਜਾ ਕੇ, ਹੈਨਾ। ਸੋ ਇਹ 8ਵੀਂ ਕਲਾਸ ਦੇ ਬੱਚੇ ਨੂੰ ਪਹਿਲੀ ਲਾਈਨ ਪੜ੍ਹਾ ਦੋਗੇ, ਇਹਨਾਂ ਨੂੰ ਸਮਝ ਲੱਗ ਜੂਗੀ, ਲੱਗੂ ਕਿ ਨਹੀਂ, ਤੁਹਾਨੂੰ ਸਮਝ ਲੱਗੀ ਆ ਪਹਿਲੀ ਲਾਈਨ, ਤੇ ਫਿਰ ਆਪਾਂ ਆਇਲਸ ਨੂੰ ਇੰਨਾ ਕੰਪਲਿਕੇਟਡ ਕਾਹਤੋਂ ਬਣਾ ਰਹੇ ਆ। ਬੜਾ ਹੀ ਸੌਖਾ ਤਰੀਕਾ ਬੈਂਡ ਲੈਣ ਦਾ, ਕੀਪ ਇਟ ਸਿੰਪਲ। ਜਿੰਨਾ ਸਿੰਪਲ ਲਿਖੋਗੇ ਓਨਾ ਹੀ, ਸਿੰਪਲ ਤੋਂ ਭਾਵ ਸੈਂਟੈਂਸ ਕੰਪਲੈਕਸ ਬਣਾਉਣੇ ਆ, ਐਸੇ ਨਹੀਂ ਕੰਪਲਿਕੇਟਡ ਇੰਨਾ ਲਿਖ ਦੇਣਾ ਵੀ ਮੇਰੇ ਵਰਗੇ ਨੂੰ ਵੀ 3-4 ਵਾਰੀ ਪੜ੍ਹਨਾ ਪੈ ਜਾਵੇ ਵੀ ਕਹਿਣਾ ਕੀ ਚਾਹੁੰਦਾ। ਆਪਦੇ ਵਿਚਾਰ ਪ੍ਰਗਟ ਕਰਨੇ ਲਿਖ ਕੇ, ਜਿੰਨੇ ਕਲੀਅਰ ਓਨੇ ਬੈਂਡ ਜ਼ਿਆਦੇ, ਬਸ ਇਹ ਗੱਲ ਸਿੱਖਣੀ ਆ। ਟੌਪਿਕ ਸੈਂਟੈਂਸ ਸਿੰਪਲ, ਈਜ਼ੀ ਟੂ ਅੰਡਰਸਟੈਂਡ, ਕਲੀਅਰ, ਜਿਹਦੇ ਤੇ ਪੂਰਾ ਤੁਹਾਡਾ ਐਸੇ ਬੇਸ ਉਹਦਾ ਹੋਣਾ ਚਾਹੀਦਾ, ਠੀਕ ਹੈ ਜੀ। ਅੱਗੇ ਚੱਲਦੇ ਆ। ਓਕੇ, EMPLOYEES ਔਰ EMPLOYERS, ਕੀ ਫਰਕ ਕੀ ਹੁੰਦਾ, ਕੀ ਲਿਖਿਆ, ਇਹਦਾ ਮਤਲਬ ਕੀ ਹੁੰਦਾ, ਹਾਂਜੀ, ਕੰਮ ਕਰਨ ਵਾਲਾ ਜਾਂ ਕੰਮ ਦੇਣ ਵਾਲਾ, ਮਾਲਕ ਜਾਂ ਨੌਕਰ, ਪੱਕਾ, ਓਕੇ।
ਮੇਰੇ ਵਰਗਾ ਹੋਊਗਾ ਉਹ ਬੰਦਾ ਫਿਰ। ਓਕੇ ਚੱਲਦੇ ਹਾਂ ਜੀ। Employees no longer need to perform calculations, need to perform calculation, ਹੁਣ word ਹੈਗਾ to perform calculations। ਇਹ ਕੀ ਆ? already ਇੱਕ ਕੋਲੋਕੇਸ਼ਨ ਆ, perform calculation। ਇਹਨੂੰ ਨੋਟ ਕਰ ਲਓ, ਇੰਪੋਰਟੈਂਟ ਵਰਡ ਹੈਗਾ। ਮੈਥਮੈਟਿਕ ਰਿਲੇਟਡ ਤੁਹਾਨੂੰ ਕੋਈ ਟੌਪਿਕ ਆ ਗਿਆ ਤਾਂ ਕੀ ਤੁਸੀਂ ਲਿਖੋਗੇ perform calculation। ਬਹੁਤ ਸਾਰੇ ਕੰਮ ਇਹ ਹੈਗੇ ਆ ਜਿਨ੍ਹਾਂ ਨੂੰ ਲੋੜ ਨਹੀਂ, ਕਿਹਦੀ ਲੋੜ ਨਹੀਂ ਆ? ਕੈਲਕੂਲੇਸ਼ਨ ਦੀ ਲੋੜ ਨਹੀਂ। ਕੈਲਕੂਲੇਸ਼ਨ ਤੋਂ ਭਾਵ ਕੀ ਹੁੰਦਾ? ਗਣਨਾ ਕਰਨਾ, ਗਣਨਾ ਕਰਨਾ। ਓਕੇ, ਗਿਣਤੀ ਕਰਨੀ। ਅੱਗੇ ਚੱਲਦੇ ਆ। ਸੱਚ ਐਜ਼ ਐਡਿੰਗ ਅਪ ਬਿਲਸ, ਉਹ ਬਿੱਲ ਤੋਂ ਭਾਵ ਕੀ ਹੁੰਦਾ ਵਾ? ਇੱਕ ਰਸੀਦ, ਰਸੀਦ ਦੇ ਉੱਤੇ ਜਿਹਦੇ ਉੱਤੇ ਹਿਸਾਬ ਕਿਤਾਬ ਲਿਖਿਆ ਹੋਊਗਾ। ਐਡਿੰਗ ਅਪ ਬਿੱਲ ਤੋਂ ਭਾਵ ਕੀ ਹੋਊਗਾ? ਜਲਦੀ ਜੋੜਨਾ, ਜੋੜਨਾ ਹੋਊਗਾ। ਓਕੇ, ਐਡਿੰਗ ਅਪ ਬਿਲਸ ਇੰਪੋਰਟੈਂਟ ਵਰਡ, ਇਹਨੂੰ ਮੜਾ ਜਿਹਾ ਹਾਈਲਾਈਟ ਕਰਨ ਲੱਗਾ, ਨੋਟ ਕਰੋ। ਔਰ ਕੈਲਕੂਲੇਟਿੰਗ ਪਰਸੈਂਟੇਜ, ਪਰਸੈਂਟ ਨੂੰ ਕੈਲਕੂਲੇਟ ਕਰਨਾ, ਠੀਕ ਆ। ਇੱਕ ਹੋ ਗਿਆ ਬਿੱਲ ਨੂੰ ਜੋੜਨਾ, ਦੂਜਾ ਔਰ ਤੋਂ ਭਾਵ ਕੀ ਆ? ਪਰਸੈਂਟ ਨੂੰ ਕੈਲਕੂਲੇਟ ਕਰਨਾ। ਵਾਈਲ ਐਟ ਵਰਕ, ਜਦੋਂ ਆਪਾਂ ਕੰਮ ਤੇ ਹੁੰਨੇ ਆ, ਹਾਂਜੀ, ਉਹ ਕੀ ਕਹਿੰਦੇ ਆ? ਜਿਹੜੇ ਕਾਮੇ ਹੈਗੇ ਆ ਉਹਨਾਂ ਨੂੰ ਇਹ ਚੀਜ਼ ਦੀ ਲੋੜ ਨਹੀਂ ਹੈਗੀ ਆ। ਪਰਫਾਰਮ ਕੈਲਕੂਲੇਸ਼ਨ, ਜਿਵੇਂ ਕਿ ਬਿੱਲਾਂ ਨੂੰ ਜੋੜਨਾ, ਔਰ ਠੀਕ ਆ ਕੈਲਕੂਲੇਟਿੰਗ ਪਰਸੈਂਟੇਜ, ਐਡਿੰਗ ਅਪ ਬਿੱਲ। ਇਹ ਵਰਡ ਆ, ਐਵੇਂ ਕਰਕੇ ਵੀ ਆਪਾਂ 8+ ਬੈਂਡ ਲੈ ਸਕਦੇ, ਕੋਈ ਇਹਦੇ ਚ ਸ਼ੱਕ ਵਾਲੀ ਗੱਲ ਨਹੀਂ ਆ। ਰਾਈਟਿੰਗ ਬਹੁਤ ਸਿੰਪਲ ਆ, ਬਟ ਇਹਨੂੰ ਕੰਪਲੈਕਸ ਕੰਪਲੀਕੇਟਡ ਬਣਾਇਆ ਜਾ ਰਿਹਾ ਬਹੁਤ ਸਾਰੇ ਮੇਰੇ ਸਾਥੀਆਂ ਵੱਲੋਂ ਸ਼ਾਇਦ, ਬਟ ਇਹ ਨਹੀਂ ਹੋਣਾ ਚਾਹੀਦਾ ਐਵੇਂ। ਅੱਗੇ ਚੱਲਦੇ ਹਾਂ ਜੀ। these jobs, these ਤੋਂ ਭਾਵ ਕੀ ਆ? ਉਹ ਜਿਹੜੀਆਂ ਜੌਬ ਜਿਹਦੇ ਵਿੱਚ ਮੈਥ ਦੀ ਕੀ, ਹਾਂਜੀ। ਹੁਣ ਇਹ ਕੀ ਆ? ਰੈਫਰੈਂਸਿੰਗ ਆ। ਰੈਫਰੈਂਸਿੰਗ ਦੇ ਕਿੰਨੇ ਬੈਂਡ ਹੁੰਦੇ ਆ? 9। ਸੀਸੀ ਦੇ ਵਿੱਚ ਰੈਫਰੈਂਸਿੰਗ ਜਿੰਨੀ ਜ਼ਿਆਦਾ ਯੂਜ਼ ਕਰ ਸਕਦੇ ਨੇ, ਦਿਸ, ਦੈਟ, these, those ਤੇ ਸੱਚ, ਇਹਨਾਂ ਨੇ ਤੁਹਾਡੇ ਬੈਂਡ ਬਹੁਤ ਜ਼ਿਆਦਾ ਇੰਪਰੂਵ ਕਰ ਦੇਣੇ ਆ, ਠੀਕ ਹੈ ਜੀ। these jobs are performed, ਹਾਂਜੀ, are performed, ਇੰਪੋਰਟੈਂਟ ਪੈਸਿਵ ਬਣਾਇਆ ਹੋਇਆ, are performed by technologies। ਕੈਲਕੂਲੇਟਰ ਕੀ ਆ? ਟੈਕਨੋਲੋਜੀ ਆ ਕਿ ਨਹੀਂ? ਹੈਗਾ ਨਾ, ਕੈਲਕੂਲੇਟਰ ਟੈਕਨੋਲੋਜੀ ਆ ਆਪਣੇ ਆਪ ਦੇ ਵਿੱਚ ਹੀ। ਇਹ ਕੀ ਆ? ਟੈਕਨੋਲੋਜੀ ਆ। ਸੋ ਜੇਕਰ ਤੁਹਾਨੂੰ ਕੋਈ ਵੱਡੀ ਗਿਣਤੀ ਕਰਨੀ ਪੈ ਜੇ ਤਾਂ ਕੀ ਆਪਦਾ ਮਾਈਂਡ ਯੂਜ਼ ਕੀਤਾ ਅੱਜ ਕੱਲ, ਜਾਂ ਕਰਦੇ ਆ ਆਪਾਂ? ਸੱਚ ਦੱਸੋ, ਫੋਨ ਚੋਂ ਕੀ ਕੱਢਦੇ ਆ? ਕੈਲਕੂਲੇਟਰ। ਤੇ ਕੈਲਕੂਲੇਟਰ ਦੀ ਸਹਾਇਤਾ ਦੇ ਨਾਲ ਹੀ ਆਪਾਂ ਜਿਹੜੀ ਗਿਣਤੀ ਆ ਸਟਾਰਟ ਕਰ ਦਿੰਦੇ ਆ ਕਰਨੀ। ਸਹੀ ਕਿ ਨਹੀਂ? ਸਹੀ ਆ ਨਾ। ਸੋ ਕੀ ਕਹਿੰਦੇ ਆ? ਯੂਜ਼ਿੰਗ ਟੈਕਨੋਲੋਜੀ ਸੱਚ ਐਸ ਟਿਲਸ ਐਂਡ ਕੰਪਿਊਟਰਸ, ਕੈਲਕੂਲੇਟਰ ਐਂਡ ਕੰਪਿਊਟਰ, ਠੀਕ ਹੈ ਜੀ। ਕੰਪਿਊਟਰ ਦੀ ਸਹਾਇਤਾ ਦੇ ਨਾਲ ਤੇ ਟਿਲਸ ਦੀ ਸਹਾਇਤਾ ਦੇ ਨਾਲ ਜਾਂ ਕੈਲਕੂਲੇਟਰ ਦੀ ਸਹਾਇਤਾ ਦੇ ਨਾਲ ਆਪਾਂ ਕੀ ਆ? ਗਿਣਤੀ ਕਰਦੇ ਆ। ਓਕੇ, ਵਿੱਚ ਕੀ ਕਰਦੇ ਆ? ਆਟੋਮੇਟ ਦਾ ਇੰਟਾਇਰ ਪ੍ਰੋਸੈਸ। ਆਟੋਮੈਟਿਕ ਵਰਡ ਸੁਣਿਆ ਨਾ? ਆਟੋਮੈਟਿਕ ਦਾ ਮਤਲਬ ਕੀ ਹੁੰਦਾ? ਆਪਣੇ ਆਪ। ਆਟੋਮੇਟ ਦਾ ਮਤਲਬ ਕੀ ਹੋਊਗਾ ਫਿਰ? ਆਪਣੇ ਆਪ ਹੀ ਕੰਮ ਹੋ ਹੀ ਜਾਂਦਾ। ਆਟੋਮੇਟ ਕੀ ਆ? ਵਰਬ ਆ, ਨਾਉਨ ਆ, ਐਡਜੈਕਟਿਵ ਆ, ਕੀ ਹੈ? ਜਲਦੀ ਦੱਸੋ। ਆਟੋਮੇਟ, ਆਟੋਮੇਟ ਦਾ ਇੰਟਾਇਰ ਪ੍ਰੋਸੈਸ। ਵੇਖ ਲਓ ਇੱਥੋਂ, ਦਾ ਪ੍ਰੋਸੈਸ ਨੂੰ ਕੀ ਕਰਦਾ? ਆਟੋਮੇਟ ਕਰਦਾ। ਇਹ ਕੀ ਕਿਰਿਆ? ਇੱਕ ਕਿਰਿਆ ਨੂੰ ਕੀ ਕਹਿੰਦੇ ਆ? ਜਲਦੀ ਬੋਲੋ। ਵਰਬ। ਤਾਂ ਫਿਰ ਇਹ ਕੀ ਹੋਊਗਾ? ਵਰਬ ਹੋਊਗਾ। ਓਕੇ, ਚੱਲਦੇ ਆ ਜੀ। ਮਤਲਬ ਇਹ ਕਿਰਿਆ ਨੂੰ ਆਟੋਮੈਟਿਕ ਬਣਾਈ ਜਾਂਦਾ, ਬਣਾਉਣ ਦੀ ਕਿਰਿਆ ਇੱਕ। ਓਕੇ, ਸਾਰਾ ਕੁਝ ਫੋਨਾਂ ਦੀ ਸਹਾਇਤਾ ਦੇ ਨਾਲ, ਕੰਪਿਊਟਰ ਦੀ ਸਹਾਇਤਾ ਦੇ ਨਾਲ ਹੋਈ ਜਾਂਦਾ, ਠੀਕ ਹੈ ਜੀ। ਅੱਗੇ ਚੱਲਦੇ ਆ। ਵਨਸ ਅਪੋਨ ਅ ਟਾਈਮ, ਹੁਣ ਵੇਖਿਆ ਜੇ ਕੋਈ ਪ੍ਰੋਫੈਸ਼ਨਲ ਟੀਚਰ, ਮੈਂ ਇੱਕ ਪ੍ਰੋਫੈਸ਼ਨਲ ਵਰਡ ਯੂਜ਼ ਕੀਤਾ, ਠੀਕ ਹੈ। ਮੈਂ ਨਹੀਂ ਕਹਿ ਰਿਹਾ ਮੈਂ ਪ੍ਰੋਫੈਸ਼ਨਲ ਆ, ਸਮਥਿੰਗ ਲਾਈਕ ਦੈਟ, ਦੂਜੇ ਮਾੜੇ ਆ ਜੋ ਉਹਨਾਂ ਨੂੰ ਪੜਾਉਣਾ ਨਹੀਂ ਆਉਂਦਾ, ਸਮਥਿੰਗ ਲਾਈਕ ਦੈਟ, ਐਵੇਂ ਦਾ ਕੁਝ ਨਹੀਂ। ਮਤਲਬ ਇੱਕ ਗੱਲ ਮੈਂ ਨੋਟ ਕੀਤੀ ਆਪਦੀ ਲਾਈਫ ਦੇ ਵਿੱਚ ਵੀ ਉਹ ਐਸੇ ਨੂੰ ਕੰਪੇਅਰ ਕਰ ਦਿੰਦੇ ਆ, ਤੁਲਨਾ ਕਰ ਦਿੰਦੇ ਆ। ਆਈ ਮੀਨ ਟੂ ਸੀ ਦੈਟ, ਆਪਾਂ ਤੁਲਨਾ ਬੜੀ ਘੱਟ ਕਰਦੇ ਆ। ਵੇਖਦੇ ਆ। ਵਨਸ ਅਪੋਨ ਅ ਟਾਈਮ, ਇੱਕ ਜ਼ਮਾਨੇ ਵਿੱਚ, ਹਨਾ, ਇੱਕ ਜ਼ਮਾਨੇ ਵਿੱਚ ਕੀ ਹੁੰਦਾ ਸੀਗਾ? ਚੱਲਦੇ ਆ ਜੀ, ਦੇਖਦੇ ਆ। ਰਿਟੇਲ EMPLOYE, ਵਰਡ ਹੈਗਾ ਰਿਟੇਲ। ਰਿਟੇਲ ਤੋਂ ਭਾਵ ਕੀ ਹੁੰਦਾ? ਬਿਜ਼ਨਸ ਦਾ ਵਰਡ ਸੁਣਿਆ ਹੋਊਗਾ, ਬਿਜ਼ਨਸ ਦੇ ਨਾਲ ਸੰਬੰਧਿਤ ਹੀ ਰਿਟੇਲ ਆ। ਰਿਟੇਲ ਤੋਂ ਭਾਵ ਕੀ ਹੋਊਗਾ?
ਇੱਥੇ ਮੈਟਾਫੋਰਿਕਲ मीनिंग ਕੀ ਨਿਕਲੂਗਾ ਇਹਦਾ, ਐਕਚੁਅਲ मीनिंग ਨਹੀਂ, ਮੈਟਾਫੋਰਿਕਲ मीनिंग ਕੀ ਹੋਊਗਾ, ਸੰਦਰਭ ਦੇ ਰਿਲੇਟਡ ਕੀ ਹੋਊਗਾ। ਰਿਟੇਲ EMPLOYE ਕੀ, ਇਹਦਾ ਮਤਲਬ ਕੀ ਆ, ਕੋਈ ਕਿਸੇ ਨੇ ਵਸਤੂ ਲਈ, ਕਿਸੇ ਨੇ ਵਸਤੂ ਲਈ ਉਹ ਲੈ ਕੇ ਗਾਂਹ ਦੇਤੀ, ਉਹਨੂੰ ਕੀ ਕਹਿੰਦੇ ਆ, ਰਿਟੇਲ ਔਰ ਰਿਟੇਲਿੰਗ। ਰਿਟੇਲ ਵਰਡ ਸੁਣਿਆ ਸਾਰਿਆਂ ਨੇ ਤੇ ਮਤਲਬ ਨਹੀਂ ਪਤਾ, ਫਿਰ ਦੱਸੋ ਕੀ ਹੋਊਗਾ। ਰਿਟੇਲ EMPLOYE ਵੁੱਡ ਨੀਡ ਟੂ, ਇੱਕ ਜ਼ਮਾਨੇ ਦੇ ਵਿੱਚ ਜਿਹੜਾ ਬੰਦਾ, ਇੱਕ ਬਿਜ਼ਨਸਮੈਨ ਇੱਕ ਚੀਜ਼ ਲੈ ਕੇ ਗਾਂਹ ਦਿੰਦਾ ਸੀ, ਫੋਰ ਐਗਜ਼ਾਮਪਲ ਮੈਂ ਚੀਜ਼ 10 ਦੀ ਲਈ 12 ਰੁਪਈਆਂ ਦੀ ਗਾਂਹ ਵੇਚਤੀ ਤੇ 2 ਰੁਪਏ ਕੀ ਮੈਂ ਮੁਨਾਫਾ ਹਟਦਾ ਪਿਆ ਨਾ। once upon a time would need to, ਵੀ ਉਦੋਂ ਲੋੜ ਹੁੰਦੀ ਸੀ, ਹੁਣ ਕੀ ਆ, ਨਹੀਂ ਹੁੰਦੀ। ਇਹ ਮਤਲਬ ਆ would need to manually calculate the final sales total। ਉਹ ਕੀ ਕਹਿੰਦੇ, ਇੱਕ ਜ਼ਮਾਨੇ ਦੇ ਵਿੱਚ ਉਹ ਕਾਮਿਆਂ ਨੂੰ ਕੀ ਆ, ਮੈਨੂਅਲੀ ਤੋਂ ਭਾਵ ਕੀ ਹੁੰਦਾ, ਹੱਥ ਦੇ ਨਾਲ ਗਿਣਤੀ ਕਰਨੀ ਪੈਂਦੀ ਸੀ ਜੀ, 10,000 20,000 30,000 ਮੁਨਾਫਾ ਆਇਆ, ਘਾਟਾ ਪਿਆ, ਜੋ ਵੀ ਆ, ਠੀਕ ਆ, ਉਹਨੂੰ ਕੀ ਕਵਾਂਗੇ, ਮੈਨੂਅਲੀ ਟਾਸਕ। ਠੀਕ ਹੈ ਜੀ। ਹੁਣ ਅੱਗੇ ਕੀ ਕੌਮਾ ਲਾਇਆ ਆ, ਹੁਣ ਆਪਾਂ ਕੀ ਕਰਤਾ, ਬਟ ਵਰਡ ਮਤਲਬ ਓਪੋਜ਼ਿਟ ਗੱਲ ਕਰਦੇ ਪਏ ਆ। ਫਿਰ ਕੀ ਕਹਿੰਦੇ, ਬਟ ਦਿਸ ਪ੍ਰੋਸੈਸ, ਦਿਸ ਤੋਂ ਭਾਵ ਆ ਜਿਹੜੀ ਕੈਲਕੂਲੇਸ਼ਨ ਕਰਦੇ ਪਏ ਆ, ਦਿਸ ਪ੍ਰੋਸੈਸ ਹੈਜ਼ ਬੀਨ ਰਿਪਲੇਸਡ, ਰਿਪਲੇਸ ਕੀਤਾ ਗਿਆ, ਵੀ ਹੁਣ ਲੋਕ ਹੱਥ ਦੇ ਨਾਲ ਗਿਣਤੀ ਨਹੀਂ ਕਰਦੇ, ਵਾਕਿਆ ਹੀ ਸੱਚ। ਰਿਪਲੇਸਡ ਫਸਟ ਬਾਏ ਕੈਲਕੂਲੇਟਰਸ, ਕੈਲਕੂਲੇਟਰ ਦੇ ਦੁਆਰਾ, ਹਨਾ, ਇਹਨੂੰ ਰਿਪਲੇਸ ਕੀਤਾ ਗਿਆ। ਹੋਰ ਕੀ ਆ, ਐਂਡ ਮੋਰ ਰੀਸੈਂਟਲੀ ਬਾਏ ਇਲੈਕਟ੍ਰੋਨਿਕ ਟਿਲਸ, ਇਹ ਕੋਈ ਨਵੀਂ ਟੈਕਨੋਲੋਜੀ ਆ ਗਈ ਆ ਜਿਹੜੀ ਕਿ, ਠੀਕ ਆ, ਕੰਪਿਊਟਰਾਂ ਦੇ ਵਿੱਚ ਸੌਫਟਵੇਅਰ ਹੋਊਗਾ ਜਿਹਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੋਊਗੀ। ਮੋਰ ਰੀਸੈਂਟਲੀ ਕੀ ਟਿਲਸ ਆ ਗਿਆ, ਠੀਕ ਆ। ਕੈਲਕੂਲੇਟਰ ਦਾ ਕਾਮਨ ਜੀ ਗੱਲ ਆ, ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਫੋਨਾਂ ਦੇ ਵਿੱਚ ਵੀ ਹੁੰਦਾ, ਜਾਂ ਕੈਲਕੂਲੇਟਰ ਲੋਕ ਲੈ ਵੀ ਲੈਂਦੇ ਆ, ਬਟ ਕੀ ਆ, ਟਿਲਸ ਦੇ ਨਾਲ ਵੀ ਹੋਣ ਲੱਗ ਪਿਆ ਕੰਮ। ਇਲੈਕਟ੍ਰੋਨਿਕ ਟਿਲਸ ਇੰਪੋਰਟੈਂਟ ਵਰਡ, ਪਲੀਜ਼ ਨੋਟ ਡਾਊਨ ਕਰ ਲਿਓ ਇਹਨੂੰ। ਅੱਗੇ ਚੱਲਦੇ ਆ, ਅਦਰ ਕੰਪਨੀਜ਼, ਦੂਜੀਆਂ ਕੰਪਨੀਜ਼। ਹੁਣ ਵਿੱਚ ਦੇ ਨਾਲ ਕਿਹੜੀ ਇਨਫੋਰਮੇਸ਼ਨ ਦਿੰਦੇ ਆਪਾਂ, ਐਡੀਸ਼ਨਲ, ਓਕੇ, ਵਿਚ ਵੁੱਡ ਹੈਵ ਵਨਸ ਹੈਡ ਟੂ, ਹਾਂਜੀ, ਦੂਜੀਆਂ ਕੰਪਨੀਆਂ ਜਿਹੜੀਆਂ ਨੂੰ ਕਦੇ ਕਦਾਈ had to issue invoices, ਇਸ਼ੂ ਤੋਂ ਭਾਵ ਕੀ ਆ, ਲਾਗੂ ਕਰਨਾ, ਇਨਵੋਇਸਿਸ ਤੋਂ ਭਾਵ ਕੀ ਆ, ਰਸੀਦ ਵਰਡ ਸੁਣਿਆ ਹੋਊਗਾ ਵੀ ਸੇਲ ਕਿੰਨੀ ਹੋ ਗਈ, ਘਾਟਾ ਪਿਆ, ਵਾਧਾ ਪਿਆ, ਉਹਨੂੰ ਕੀ ਕਵਾਂਗੇ, ਇਨਵੋਇਸ ਕਵਾਂਗੇ। ਠੀਕ ਹੈ ਜੀ, ਇਨਵੋਇਸਿਸ ਔਰ ਕੈਲਕੂਲੇਟ ਫਿਊਚਰ ਸੇਲਸ, ਆਉਣ ਵਾਲੀਆਂ ਸਮੇਂ ਦੇ ਵਿੱਚ ਜਿਹੜੀਆਂ ਸੇਲਾਂ ਹੋਈਆਂ ਉਹਦੇ ਬਾਰੇ ਉਹਨਾਂ ਨੂੰ ਕੀ ਕੈਲਕੂਲੇਟ ਕਰਨਾ ਪੈਂਦਾ ਸੀ ਕਿ ਹੈ। ਦੱਸੋ ਸਾਰੇ ਜਾਣੇ, ਸੈਂਟੈਂਸ ਤੋਂ ਕੀ ਤੁਹਾਨੂੰ ਲੱਗਦਾ ਪਿਆ, ਪ੍ਰੈਜ਼ੈਂਟ ਕਿ ਪਾਸਟ ਕਿ ਫਿਊਚਰ, ਜਲਦੀ ਬੋਲੋ। ਹੈਵ ਵਨਸ ਹੈਡ ਟੂ, ਵੇਖ ਲਓ, ਪਾਸਟ, ਆਰ ਯੂ ਸ਼ੋਰ, ਵੇਖ ਲਓ, ਮੈਨੂੰ ਨਹੀਂ ਲੱਗਦਾ। ਠੀਕ ਹੈ ਜੀ, ਚੱਲਦੇ ਆ, ਓਕੇ, ਅੱਗੇ ਚੱਲਦੇ ਆ। which would have once had to issue invoices or calculate future sales forecast, sales forecast important word ਆ, ਨੋਟ ਕਰ ਲਿਓ, sales forecast। forecast ਤੋਂ ਭਾਵ ਕੀ ਹੁੰਦਾ, ਭਵਿੱਖਬਾਣੀ, ਫਿਊਚਰ ਦੇ ਵਿੱਚ ਸਾਨੂੰ ਫਾਇਦਾ ਹੋਊਗਾ, ਘਾਟਾ ਪਊ, ਵਾਧਾ ਪਊ, ਉਹਨੂੰ ਕੀ ਕਵਾਂਗੇ, ਸੇਲਸ ਫੋਰਕਾਸਟ ਕਵਾਂਗੇ, ਫੋਰ ਐਗਜ਼ਾਮਪਲ। ਠੀਕ ਹੈ ਜੀ, ਅੱਗੇ ਚੱਲਦੇ ਆ। no longer require employees, ਹਾਂਜੀ, ਉਹਨਾਂ ਨੂੰ ਲੋੜ ਨਹੀਂ ਨਾ, no longer require employees to manually calculate these ਤੋਂ ਭਾਵ ਕੀ ਆ, invoices ਤੇ ਹੋਰ ਕੀ ਆ, sales, future sale, ਇਹਦੀ ਗੱਲ ਕਰਦੇ ਪਏ ਆ। ਠੀਕ ਆ, ਸੋ since ਤੋਂ ਭਾਵ ਕੀ ਹੋਊਗਾ, ਕਿਉਂਕਿ, because ਦੀ sense ਕੱਢੂਗਾ, ਕਿਉਂਕਿ they have a variety of ਕੰਪਿਊਟਰ ਪ੍ਰੋਗਰਾਮ, ਉਹਨਾਂ ਨੂੰ ਹੁਣ ਹੱਥ ਦੇ ਨਾਲ ਕੰਮ ਕਰਨਾ ਨਹੀਂ ਪਊਗਾ, ਕਿਉਂਕਿ ਉਹਨਾਂ ਕੋਲੇ ਕੰਪਿਊਟਰ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਆ ਗਏ ਆ। ਟੂ ਕੰਪਲੀਟ ਦਿਸ ਵਰਕ, ਇਹ ਜਿਹੜੀਆਂ ਸੇਲਾਂ ਨੂੰ, ਇਹਨਾਂ ਦੀ ਸੇਲਾਂ ਦੀ ਗਿਣਤੀ ਸ਼ਿੰਤੀ ਕਰਨ ਦੇ ਲਈ ਉਹਨਾਂ ਕੋਲੇ ਕੀ ਆ, ਨਵੀਂ ਟੈਕਨੋਲੋਜੀ ਆ ਗਈ ਆ। ਹੁਣ ਤੱਕ ਬੱਚੇ ਮੈਨੂੰ ਇਹ ਦੱਸੋ ਕਿੰਨੇ ਆਈਡੀਆ ਲਿਖੇ ਆ, 1 2 3 4 5, ਕਿੰਨੀ ਵਾਰੀ ਯੂਜ਼ ਕੀਤਾ, ਮੋਰ ਓਵਰ, ਫਰਦਰ, ਮੋਰ, ਇਨ ਐਡੀਸ਼ਨ ਟੂ ਦਿਸ, ਫਲਾਨਾ ਢਿਉਂਕਾ, ਟੂ ਬਿਗਨ ਵਿਦ, ਦੇਰ ਆਰ ਮੈਨੀ ਰੀਜ਼ਨਸ ਬਿਹਾਈਂਡ ਦਿਸ ਫੀਨੋਮੀਨਾ, ਕਿੰਨੀ ਵਾਰੀ ਯੂਜ਼ ਕੀਤਾ ਮੈਂ, ਕਿਉਂ ਨਹੀਂ ਕੀਤਾ, ਦੱਸੋ।
क्योंकि आपां लैंगुएज मैमोराइजेशन ਉਹਦੇ ਵਿੱਚ नहीं आउंदा। वार-वार मैं YouTube ਤੇ ਇਹ ਗੱਲ ਕਹਿ ਰਿਹਾ ਵੀ ਮੈਮੋਰਾਈਜੇਸ਼ਨ नहीं ਆਉਂਦੀ ਇਹਦੇ ਵਿੱਚ। ਸੋ ਆਪਾਂ ਉਸ ਚੀਜ਼ ਨੂੰ ਅਵੋਇਡ ਕਰਾਂਗੇ, ਜਿੰਨਾ ਹੋ ਸਕੇ ਨੈਚੁਰਲ ਲਿਖੋ। ਠੀਕ ਹੈ ਜੀ, ਗਲਤ ਨਹੀਂ ਕਹਿੰਦਾ ਪਿਆ ਵੀ ਉਹ ਗਲਤ ਆ ਜਾਵਾਂ, ਐਵੇਂ ਦਾ ਕੁਝ ਨਹੀਂ ਹੈ, ਬਟ ਉਹਨਾਂ ਨੇ ਇੱਕ ਕਾਲਮ ਬਣਾਇਆ ਹੋਇਆ, ਉਹਦੇ ਚੋਂ ਤੁਹਾਡੇ ਬੈਂਡ ਤੁਹਾਨੂੰ ਪੀਨਲਾਈਜ਼ ਪੈਨਲਟੀ ਪਾਊਗੀ। ਓਕੇ, ਚੱਲਦੇ ਹਾਂ ਜੀ ਨੈਕਸਟ। ਐਜ਼ ਵੀ have a growing number of people, growing number of people important word ਆ ਜੀ। okay, working in these field ਤੋਂ ਭਾਵ ਕੀ ਆ? working in these field finance ਦੀ field ਦੇ ਵਿੱਚ ਕੰਮ ਕਰਦੇ ਆ। okay, it is safe to conclude that ਆਪਾਂ ਸਿੱਟਾ ਇਹ ਕੱਢਾਂਗੇ, ਹਨਾ, ਸਿੱਟਾ ਕੀ ਕੱਢਦੇ ਆ? an increasing proportion of the population, ਹਾਂਜੀ, increasing proportion of the population does not require basic maths to perform their duties, ਉਹਨਾਂ ਨੂੰ ਮੈਥ ਦੀ ਲੋੜ ਨਹੀਂ। ਕਿਉਂ? ਕਿਉਂਕਿ ਸਾਰਾ ਕੰਮ ਕੰਪਿਊਟਰ ਐਪਲੀਕੇਸ਼ਨ, ਕੈਲਕੂਲੇਟਰ ਤੇ ਟਿਲਸ ਦੀ ਸਹਾਇਤਾ ਦੇ ਨਾਲ ਹੁੰਦਾ ਪਿਆ। ਤੁਹਾਡੇ ਸਾਹਮਣੇ ਇੱਕ ਆਈਡੀਆ ਨੂੰ ਕਿੰਨੇ ਸੋਹਣੇ ਤਰੀਕੇ ਦੇ ਨਾਲ ਲਿਖਿਆ ਗਿਆ। ਜੇ ਤੁਸੀਂ ਵੀ 8 ਬੈਂਡ ਲੈਣਾ ਚਾਹੁੰਦੇ ਆ ਤਾਂ ਤੁਹਾਨੂੰ ਆਈਡੀਆ ਇੱਕ ਹੀ ਬੜਾ ਹੁੰਦਾ, ਆਈਡੀਆ ਨੂੰ ਐਕਸਪਲੇਨ ਕਰਨਾ ਆਉਣਾ ਚਾਹੀਦਾ ਵੀ ਐਂ ਵੀ ਹੋ ਜਾਂਦਾ। ਓਕੇ, ਹਾਂਜੀ, ਹੁਣ ਆਪਾਂ ਨੈਕਸਟ ਬੀਬੀ ਤੇ ਮੂਵ ਕਰਦੇ ਆ ਜੀ। ਓਕੇ, ਆਪਾਂ ਇੱਕ ਪੋਜੀਸ਼ਨ ਲਈ ਹੋਈ ਸੀ, ਹੁਣ ਆਪਾਂ ਇਹਦੇ ਆਪੋਜ਼ਿਟ ਗੱਲ ਕਰਨੀ ਆ। ਆਪਾਂ ਦੱਸਣਾ ਸੀ ਟੂ ਵਾਟ ਐਕਸਟੈਂਡ, ਹਨਾ, ਵੀ ਕਿੰਨਾ ਚੀਜ਼ਾਂ ਦੇ ਵਿੱਚ ਮੈਥਮੈਟਿਕਸ ਆ ਉਹਦੀ ਜਿਹੜੀ ਇੰਪੋਰਟੈਂਸ ਹੈਗੀ ਆ, ਕਿੰਨਾ ਦੇ ਵਿੱਚ ਨਹੀਂ। ਹੁਣ ਆਪਾਂ ਦੱਸਾਂਗੇ ਕਿੰਨਾ ਦੇ ਵਿੱਚ ਮੈਥਮੈਟਿਕਸ ਕੀ ਆ, ਜ਼ਰੂਰੀ ਆ। ਹਾਂਜੀ, ਡਿਸਪਾਈਟ ਦਿਸ ਤੋਂ ਭਾਵ ਉੱਪਰਲੇ ਬੀਪੀ 'ਚ ਆਪਾਂ ਕੀ ਦੱਸਿਆ ਹੋਇਆ ਸੀਗਾ? ਜਿਨ੍ਹਾਂ ਦੇ ਵਿੱਚ ਮੈਥ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ। ਹੁਣ ਆਪਾਂ ਕੀ ਦੱਸਾਂਗੇ? ਗੈਸ ਕਰੋ, ਮੈਥ ਦੀ ਰਿਕੁਆਇਰਮੈਂਟ ਕਿੰਨਾ ਪ੍ਰੋਫੈਸ਼ਨਸ ਦੇ ਵਿੱਚ ਹੈ। ਚੱਲਦੇ ਆ। ਇਟ ਇਜ਼ ਇੰਪੋਰਟੈਂਟ ਟੂ ਨੋਟ ਦੈਟ ਐਕੈਡੈਮਿਕ ਐਕਸਪ੍ਰੈਸ਼ਨ ਯੂਜ਼ ਕਰ ਸਕਦੇ ਆ। ਠੀਕ ਹੈ ਜੀ, ਆਪਦੀ ਰਾਈਟਿੰਗ ਦੇ ਵਿੱਚ ਦੇਰ ਇਜ਼ ਇਸ ਤੋਂ ਭਾਵ ਕੀ ਆ? ਪ੍ਰੈਜ਼ੈਂਟ ਐਂਡ ਵਿਲ ਆਲਵੇਜ਼ ਬੀ, ਇਹਦਾ ਮਤਲਬ ਕੀ ਹੋਊਗਾ? ਫਿਊਚਰ। ਲੋੜ ਹੈਗੀ ਵੀ ਆ ਤੇ ਹੋਊਗੀ ਵੀ। ਠੀਕ ਆ, ਸੋ ਮੈਥ ਜਦੋਂ ਦਾ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਇਹਦੀ ਇੰਪੋਰਟੈਂਸ ਹੈ ਵੀ ਆ ਤੇ ਹੋਊਗੀ ਵੀ। ਓਕੇ, ਚੱਲਦੇ ਆ। ਆ ਸਬ ਸੈਕਸ਼ਨ ਕੀ ਕਹਿੰਦੇ ਆ? ਦੇਰ ਇਜ਼ ਐਂਡ ਵਿਲ ਆਲਵੇਜ਼ ਬੀ ਆ ਸਬ ਸੈਕਸ਼ਨ ਆਫ ਪਾਪੂਲੇਸ਼ਨ। ਆਪਾਂ ਉੱਪਰਲੇ ਬੀਪੀ ਦੇ ਵਿੱਚ ਕੀ ਲਿਖਿਆ ਸੀ? ਪਾਪੂਲੇਸ਼ਨ ਕਿਹੜੀ ਸੀਗੀ? ਬੋਲੋ ਸਾਰੇ ਜਣੇ ਪੜ੍ਹ ਕੇ, ਜਲਦੀ ਜਲਦੀ। ਪਾਪੂਲੇਸ਼ਨ ਕਿਹੜੀ ਸੀਗੀ? ਕਿਹੜੀ ਪਾਪੂਲੇਸ਼ਨ ਸੀ? ਜਲਦੀ ਬੋਲੋ। ਪ੍ਰਪੋਰਸ਼ਨ, ਕਿਹੜਾ ਪ੍ਰਪੋਰਸ਼ਨ ਸੀਗਾ? ਇਨਕਰੀਜ਼ਿੰਗ ਪ੍ਰਪੋਰਸ਼ਨ ਵਰਡ ਯੂਜ਼ ਕੀਤਾ ਸੀ ਨਾ। ਹੁਣ ਇੱਥੇ ਆਪਣੀ ਵੋਕੈਬਲਰੀ ਦੀ ਫਿਰ ਪਰਖ ਹੋਊਗੀ। ਐਗਜ਼ਾਮੀਨਰ ਸੋਚੂਗਾ ਵੀ ਬੱਚੇ ਨੂੰ ਵੋਕੈਬਲਰੀ ਆਉਂਦੀ ਆ। ਠੀਕ ਹੈ ਜੀ, ਕੀ ਸਬਸੈਕਸ਼ਨ ਵਰਡ ਯੂਜ਼ ਕੀਤਾ ਆ ਨਾ। ਸੈਕਸ਼ਨ ਤੋਂ ਗਾਂ ਕੀ ਬਣਦੇ ਆ? ਸਬ ਸੈਕਸ਼ਨ ਤੋਂ ਭਾਵ ਕੀ? ਉਹਦੇ ਹੋਰ ਗਾਂ ਭਾਗ। ਬਹੁਤ ਸਾਰਿਆਂ ਵਿੱਚੋਂ ਕੁਛ, ਜੇ 100 ਜਣੇ ਆ, 100 ਦੇ ਵਿੱਚ 80 ਜਣਿਆਂ ਨੂੰ ਮੈਥ ਨਹੀਂ ਚਾਹੀਦਾ ਤੇ 20 ਨੂੰ ਤਾਂ ਚਾਹੀਦਾ ਹੋਊਗਾ ਨਾ, obvious। ਚੱਲਦੇ ਆ। ਆ ਸਬਸੈਕਸ਼ਨ ਆਫ ਪਾਪੂਲੇਸ਼ਨ ਵਰਡ ਨੋਟ ਕਰ ਲਓ ਜੀ। ਆ ਸਬਸੈਕਸ਼ਨ ਆਫ ਪਾਪੂਲੇਸ਼ਨ which will probably, ਸੈਂਟੈਂਸ ਨੂੰ ਹੈਜ ਕਰਨਾ, which will probably always, ਸੰਭਾਵਨਾ ਵੀ ਦੱਸਤੀ ਤੇ ਫਿਰ ਸੰਭਾਵਨਾ ਜਿਹੜੀ ਪੋਸਿਬਿਲਿਟੀ ਉਹਨੂੰ ਇਨਕਰੀਜ਼ ਵੀ ਕਰਤਾ always ਲਾ ਕੇ। will be required to rely on their math skills, ਹਾਂਜੀ, ਮੈਥ ਸਕਿੱਲ ਤੋਂ ਭਾਵ ਕੀ ਆ? ਹੁਣ ਸਬਸੈਕਸ਼ਨ ਆਫ ਪਾਪੂਲੇਸ਼ਨ ਦੇ ਵਿੱਚ ਲੋਕ ਹੋਣਗੇ ਤੇ ਲੋਕਾਂ ਦੇ ਸਕਿੱਲ ਹੋਣਗੇ ਨਾ ਮੈਥ ਦੇ। ਸੋ ਤੁਹਾਡੇ ਸਾਹਮਣੇ ਆ which will be required to rely on their math skills। ਮੈਥ ਸਕਿੱਲ ਤੋਂ ਭਾਵ ਕੀ? ਗਣਨਾ ਕਰਨੀ, ਗਿਣਤੀ। ਕਈ ਬੰਦੇ ਮਿੰਟੋ ਮਿੰਟੀ ਗਿਣਤੀ ਕਰ ਦਿੰਦੇ, ਕਈ ਮੇਰੇ ਵਰਗੇ ਹੁੰਦੇ, ਉਹਨਾਂ ਨੂੰ ਛੇਤੀ ਪਲੱਸ ਮਾਈਨਸ ਨਹੀਂ ਆਉਂਦਾ ਕਿਉਂਕਿ ਉਹਨਾਂ ਦੇ ਜਿਹੜੇ ਸਕਿੱਲ ਹੁੰਦੇ ਆ ਵੀਕ ਹੁੰਦੇ। ਅੱਗੇ ਚੱਲਦੇ ਆ। ਹੈਲਥ ਪ੍ਰੋਫੈਸ਼ਨਲਸ such as doctor and dentist, ਡਾਕਟਰ ਤੇ ਡੈਂਟਿਸਟ, ਹਨਾ, ਇਹ ਦੋ ਜਣੇ ਆ ਲਿਖੇ ਹੋਏ ਆ ਉਦਾਹਰਨ ਦੇ ਤੌਰ ਤੇ। such as ਉਦਾਹਰਨ ਦੇ ਤੌਰ ਤੇ।
very often have to calculate doses of medicine manually। ਜੇ ਦਵਾਈ ਵੱਧ ਘੱਟ ਦੇਤੀ, ਗਿਣਤੀ ਮਿੰਤੀ ਨਾ ਕੀਤੀ ਤਾਂ ਬੰਦਾ ਕੀ ਹੋ ਜੂ, ਫਿਰ ਫੁੜਕ ਜੂ ਦੁਨੀਆ ਤੋਂ, ਕਰ ਦੋਗੇ ਗੈਪ ਤੁਸੀਂ ਦਾ। ਸਹੀ ਕਿ ਨਹੀਂ? ਐਵੇਂ ਦੀ ਕੰਡੀਸ਼ਨ ਦੇ ਵਿੱਚ ਮੈਥਮੈਟਿਕਸ ਚਾਹੀਦਾ ਕਿ ਨਹੀਂ? ਓਕੇ ਚਾਹੀਦਾ ਜੀ। ਚੱਲਦੇ ਆ ਫਿਰ। ਕੀ ਕਹਿੰਦੇ ਆ, ਡਾਕਟਰ ਡੈਂਟਿਸਟ ਵੈਰੀ ਆਫਨ ਹੈਵ ਟੂ ਕੈਲਕੂਲੇਟ ਡੋਜ਼ਸ ਆਫ ਮੈਡੀਸਨ ਮੈਨੂਅਲੀ। ਓਕੇ, ਮੈਨੂਅਲੀ ਤੋਂ ਭਾਵ ਕੰਪਿਊਟਰ ਨੂੰ ਯੂਜ਼ ਕਰਨਾ ਕਿ ਨਹੀਂ? ਨਹੀਂ ਕਰਨਾ। ਓਕੇ ਵੈਰੀ ਗੁੱਡ। while researcher in various field have to calculate statistics। ਹਾਂਜੀ, ਰਿਸਰਚਰ ਜਿਹੜੇ ਹੁੰਦੇ ਆ ਉਹਨਾਂ ਨੂੰ ਕੀ ਕਰਨਾ ਪੈਂਦਾ? ਅੰਕੜੇ ਵਰਡ ਸੁਣਿਆ ਹੋਊਗਾ, ਉਹਨੂੰ ਕੀ ਕਹਿੰਦੇ ਆ? statistics and probabilities। probability ਕੀ ਹੁੰਦੀਆਂ? ਸੰਭਾਵਨਾਵਾਂ of event ਤੋਂ ਭਾਵ ਕੀ ਆ? ਕਿਸੇ ਖਾਸ ਖੇਤਰ ਦੇ ਵਿੱਚ ਆਉਣ ਵਾਲੀ ਪੋਸਿਬਿਲਿਟੀ ਨੂੰ ਉੱਥੋਂ ਦੇ ਜਿਹੜਾ ਅੰਕੜਾ ਵਿਗਿਆਨ ਹੈ ਉਹਨੂੰ ਗਿਣਨ ਦੀ ਜ਼ਰੂਰਤ ਵਜੋਂ। ਕਲੀਅਰ ਹੋਇਆ ਕਿ ਨਹੀਂ? ਅੱਗੇ ਚੱਲਦੇ ਹਾਂ ਜੀ। ਫਿਰ ਕੀ ਕਹਿੰਦੇ ਆ? ਫਾਈਨਲੀ ਐਂਡ ਤੇ there are of course those people who work in accounting। ਡਾਕਟਰ ਤੋਂ ਇਲਾਵਾ ਬੈਂਕਿੰਗ ਫੀਲਡ ਦੀ ਜੇਕਰ ਆਪਾਂ ਗੱਲ ਕਰੀਏ, ਜਿਵੇਂ ਕਿ ਅਕਾਊਂਟਿੰਗ ਹੋ ਗਿਆ, ਠੀਕ ਹੈ ਜੀ। ਸੋ ਤੁਹਾਡੇ ਸਾਹਮਣੇ ਔਰ ਦੋ ਪ੍ਰੋਫੈਸ਼ਨ ਹੋਰ ਲਿਖੇ ਹੋਏ ਆ, ਠੀਕ ਹੈ ਜੀ। ਰਿਕਵਾਇਰਸ, ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਹੁੰਦੀ ਆ? ਮੈਥ ਦੀ ਹੁੰਦੀ ਆ। ਰਿਕੁਆਇਰਮੈਂਟ ਕਿਵੇਂ? ਜਿਵੇਂ ਹੋ ਗਿਆ ਅਕਾਊਂਟਿੰਗ ਇੱਕ ਐਵੇਂ ਦੀ ਫੀਲਡ ਆ ਜਿਹਦੇ ਵਿੱਚ ਮੈਥ ਚਾਹੀਦਾ ਕਿ ਨਹੀਂ ਚਾਹੀਦਾ? ਬੰਦੇ ਨੂੰ ਕੈਲਕੂਲੇਸ਼ਨ ਕਰਨੀ ਹੋਣੀ ਚਾਹੀਦੀ ਆ, ਠੀਕ ਹੈ ਜੀ। ਇਹ ਜਿਹੜੀਆਂ ਸਰਵਿਸਿਜ਼ ਆ, ਹੂ ਵਿਲ ਆਲਵੇਸ ਨੀਡ ਮੈਥਾਮੈਟਿਕਸ, ਇਹਨਾਂ ਦੇ ਵਿੱਚ ਮੈਥਾਮੈਟਿਕ ਦੀ ਜਿਹੜੀ ਆ ਹਮੇਸ਼ਾ ਹੀ ਲੋੜ ਰਵੇਗੀ। ਇੱਥੋਂ ਤੱਕ ਆਪਾਂ ਨੂੰ ਇਹ ਸਿੱਖਣ ਨੂੰ ਮਿਲਿਆ। ਕਲੀਅਰ ਆ ਜੀ? ਅਗਲਾ BPV। ਹੁਣ ਆ ਜੀ ਕਨਕਲੂਜਨ ਤੇ। ਕਨਕਲੂਜਨ ਦੇ ਵਿੱਚ ਕੀ ਆ ਜੀ? ਠੀਕ ਆ, ਆਪਣਾ ਕਨਕਲੂਜਨ ਆ ਜੀ। the increased prevalence of technology within workplace। ਇੰਪੋਰਟੈਂਟ ਵਰਡ ਹਾਈਲਾਈਟ ਕਰਨ ਲੱਗਾ। increased prevalence ਹੁੰਦਾ ਪ੍ਰਚਲਿਤ, ਪੰਜਾਬੀ ਦੇ ਵਿੱਚ। ਟੈਕਨੋਲੋਜੀ ਦੇ ਵਿੱਚ ਕੀ ਪ੍ਰਚਲਿਤ ਆ? increased prevalence of technology within workplace। ਜਿਹੜੀ ਟੈਕਨੋਲੋਜੀ ਪ੍ਰਚਲਿਤ ਆ ਕਿੱਥੇ? ਕੰਮ ਦੇ ਦੌਰਾਨ। has in my view, ਤੁਹਾਡਾ ਜਿਹੜਾ ਪ੍ਰੋਗਰੈਸ਼ਨ ਆ ਆਈਡੀਆ ਦਾ ਥਰੂ ਆਊਟ ਦਾ ਐਸੇ, ਉਹ ਕਲੀਅਰ ਹੋਣਾ ਚਾਹੀਦਾ। ਤੁਹਾਡਾ ਜਿਹੜਾ ਓਪੀਨੀਅਨ ਆ ਨਾ, ਉਹ ਕਲੀਅਰ ਹੋਣਾ ਚਾਹੀਦਾ ਕਨਕਲੂਜਨ ਤੱਕ। ਸੋ ਆਪਾਂ ਦੱਸਦੇ ਹਾਂ, ਇਨ ਮਾਈ ਵਿਊ ਲੈਡ ਟੂ ਮੈਥਸ ਬਿਕਮਿੰਗ ਲੈਸ ਇੰਪੋਰਟੈਂਟ। ਹਾਂਜੀ, ਮੈਥ ਨੂੰ ਜਿਹੜੀ ਟੈਕਨੋਲੋਜੀ ਨੇ ਲੈਸ ਇੰਪੋਰਟੈਂਟ ਬਣਾਤਾ, ਮੈਨੂੰ ਇਹ ਲੱਗਦਾ, ਕਿਉਂਕਿ ਉੱਪਰ BP 'ਚ ਆਪਾਂ ਕੀ ਦੱਸਿਆ ਹੋਇਆ ਸੀ? ਕੈਲਕੂਲੇਟਰ, ਟਿਲ ਵਗੈਰਾ ਆ ਗਏ, ਕੰਪਿਊਟਰ ਦੇ ਪ੍ਰੋਗਰਾਮ ਆ ਗਏ, ਇਹ ਉਹ। ਉਹਦੇ ਨਾਲ ਕੀ ਆ? ਮੈਥਾਮੈਟਿਕ ਕੀ ਹੋ ਗਿਆ? ਲੈਸ ਇੰਪੋਰਟੈਂਟ ਹੋ ਗਿਆ। ਓਕੇ ਚੱਲਦੇ ਆ, ਠੀਕ ਹੈ ਜੀ। ਫॉर ਮੋਸਟ ਜੌਬਸ ਨਾਓ ਡੇਜ਼, ਜ਼ਿਆਦਾਤਰ ਜੌਬਸ ਦੇ ਲਈ। ਓਕੇ, देयर विल ऑलवेज रिमेन हाउएवर पीपल। ਹੁਣ ਇਸ ਦੇ ਆਪੋਜ਼ਿਟ ਆਪਾਂ ਗੱਲ ਕੀਤੀ ਆ BP ਦੇ ਵਿੱਚ, ਜਿਹੜੀ ਉਹ ਦੱਸਾਂਗੇ। people in society who will rely on this subject ਤੋਂ ਭਾਵ ਕੀ ਆ? math to perform their jobs। ਜੇਕਰ ਉਹ ਆਪਣੀਆਂ ਜੌਬਸ ਨੂੰ ਪਰਫਾਰਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਕੀ ਕਿਤੇ ਨਾ ਕਿਤੇ ਮੈਥ ਦੀ ਰਿਕੁਆਇਰਮੈਂਟ ਹੋਵੇਗੀ। ਹੁਣ ਅੱਜ ਦੇ ਲੈਕਚਰ ਦੇ ਵਿੱਚ ਬੇਸਿਕਲੀ ਕਿਸੇ ਖਾਸ ਕਾਰਨ ਕਰਕੇ ਸਾਨੂੰ ਜੁਆਇਨ ਨਹੀਂ ਕਰ ਸਕਦੇ, ਬਟ YouTube ਤੋਂ ਸਾਡਾ ਇੱਥੇ ਮੇਨ ਮੋਟਿਵ ਇਹ ਨਹੀਂ ਆ ਵੀ ਅਸੀਂ ਵੱਧ ਤੋਂ ਵੱਧ ਵਿਊ ਲੈਣੇ ਆ ਜਾਂ ਵੱਧ ਤੋਂ ਵੱਧ ਅਰਨਿੰਗ ਕਰਨੀ ਆ। ਮੇਨ ਇਹ ਮੋਟਿਵ ਆ ਵੀ ਕਿਸੇ ਲੋੜਵੰਦ ਤੱਕ ਸਾਡੇ ਵਿਚਾਰ ਪਹੁੰਚ ਜਾਣ ਤਾਂ ਸ਼ਾਇਦ ਉਹ ਸਾਡੇ ਤੋਂ ਕਿਤੇ ਨਾ ਕਿਤੇ ਹੈਲਪ ਲੈ ਲਵੇ। ਓਕੇ ਜੀ, ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਵੱਲੋਂ ਜੀ। ਓਕੇ।